ਵਿਰਸਾ ਸਿੱਖ ਵਿਰਸਾ ਜਾਨ ਹੈ ਸਾਡੀ, ਇਸ ਨੂੰ ਸਾਰੇ ਪਿਆਰ ਕਰੋ। ਗੁਰੂਆਂ ਅਤੇ ਸ਼ਹੀਦਾਂ ਦਾ ਤੁਸੀਂ ਸਾਰੇ ਹੀ ਸਤਿਕਾਰ ਕਰੋ। अकाल की तब चलायो पंथ, सब सिखन को हुक्म है गुरु मानियो। ਸਿੱਖ ਵਿਰਸਾ ਸਿੱਖ ਵਿਰਸਾ ਜਾਨ ਹੈ ਸਾਡੀ, ਇਸ ਨੂੰ ਸਾਰੇ ਪਿਆਰ ਕਰੋ। ਗੁਰੂਆਂ ਅਤੇ ਸ਼ਹੀਦਾਂ ਦਾ ਤੁਸੀਂ ਸਾਰੇ ਹੀ ਸਤਿਕਾਰ ਕਰੋ। सब तेरी वड्याई कोई नाहु ना जाने मेरा। आदि गुरु है ना मैं, जुगाद गुरु है ना मैं, वो सतगुरु है ना मैं, श्री गुरुदेव FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹੀਨੂਰ ਰੇਡੀਓ ਤੇ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਸਿੱਖ ਵਿਰਸਾ। ਆਓ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਸਭ ਤੋਂ ਪਹਿਲਾਂ ਆਪ ਜੀ ਨੂੰ ਪਿਆਰ ਭਰੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਐਤਵਾਰ ਦਾ ਦਿਹਾੜਾ ਹੈ 20 ਹਾੜ ਸੰਮਤ 553 ਨਾਨਕ ਸ਼ਾਹੀ ਕੈਲੰਡਰ ਦੇ ਹਿਸਾਬ ਦੇ ਨਾਲ
ਤੇ 4 ਜੁਲਾਈ 2021 ਅੰਗਰੇਜ਼ੀ ਕੈਲੰਡਰ ਦੇ ਹਿਸਾਬ ਦੇ ਨਾਲ। ਅੱਜ ਦਾ ਸਿੱਖ ਵਿਰਸਾ ਪ੍ਰੋਗਰਾਮ ਲੈ ਕੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ। ਆਓ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਚੱਲਦੇ ਹਾਂ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ। ਹੁਣੇ ਅਸੀਂ ਸੁਣ ਰਹੇ ਸੀ ਸਿੱਧਾ ਪ੍ਰਸਾਰਣ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ। ਆਓ ਚੱਲਦੇ ਹਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਣ ਕਰਦੇ ਹਾਂ। ਸਤਨਾਮ ਸ੍ਰੀ ਸਤਿਗੁਰ ਪ੍ਰਸਾਦ ਮੇਰਾ ਹੀਰਾ ਰਤਨ ਨਾਮ ਹਰ ਵਸਿਆ
ਧਰਿਓ ਮੇਰੇ ਮਾਥਾ। ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ। ਗੁਰ ਨਾਮ ਦਿਓ ਰਿਨ ਲਾਥਾ। ਮੇਰੇ ਹੀਰੇ ਰਤਨ ਨਾਮ ਹਰ ਬਸਿਆ। ਗੁਰ ਹਾਥ ਧਰਿਓ ਮੇਰੇ ਮਾਥਾ। ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ। ਗੁਰ ਨਾਮ ਦਿਓ ਰਿਨ ਲਾਥਾ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ। ਗੁਰਪੂਰੈ ਹਰ ਨਾਮ ਦਿਰੜਾਇਆ। ਬਿਨ ਨਾਵੈ ਜੀਵਨ ਬਿਰਥਾ। ਬਿਨ ਗੁਰ ਮੂੜ ਭਏ ਹੈ ਮਨ ਮੁਖ। ਤੇ ਮੋਹ ਮਾਇਆ ਨਿਤ ਫਾਥਾ। ਤਿਨ ਸਾਧੂ ਚਰਨ ਨ ਸੇਵੇ ਕਬਹੂ। ਤਿਨ ਸਭ ਜਨਮ ਅਕਾਥਾ। ਜਿਨ ਸਾਧੂ ਚਰਨ ਸਾਧ ਪਗ ਸੇਵੇ। ਤਿਨ ਸਫਲਿਓ ਜਨਮ ਸਨਾਥਾ। ਮੋਕੋ ਕੀਜੈ ਦਾਸ ਦਾਸ ਦਾਸਨ ਕੋ। ਹਰ ਦਇਆ ਧਾਰ ਜਗੰਨਾਥਾ। ਹਮ ਅੰਧਲੇ ਗਿਆਨਹੀਨ ਅਗਿਆਨੀ। ਕਿਉ ਚਾਲੈ ਮਾਰਗ ਪੰਥਾ। ਹਮ ਅੰਧਲੇ ਕਉ ਗੁਰ ਅੰਚਲ ਦੀਜੈ। ਜਨ ਨਾਨਕ ਚਲਹਿ ਮਿਲੰਥਾ। ਹਮ ਅੰਧਲੇ ਗਿਆਨਹੀਨ ਅਗਿਆਨੀ। ਕਿਉ ਚਾਲਹਿ ਮਾਰਗ ਪੰਥਾ। ਹਮ ਅੰਧਲੇ ਕਉ ਗੁਰ ਅੰਚਲ ਦੀਜੈ। ਜਨ ਨਾਨਕ ਚਲਹਿ ਮਿਲੰਥਾ।
ਮਹੱਲਾ ਚੌਥਾ। ਘਰ ਪਹਿਲਾ ਚੌਪਦੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੇਰੇ ਹੀਰੇ ਰਤਨ ਨਾਮ ਹਰ ਬਸਿਆ। ਗੁਰ ਹਾਥ ਧਰਿਓ ਮੇਰੇ ਮਾਥਾ। ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ। ਗੁਰ ਨਾਮ ਦਿਓ ਰਿਨ ਲਾਥਾ। ਹੁਣੇ ਅਸੀਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਣ ਕੀਤੀ ਹੈ। ਇਹ ਹੁਕਮਨਾਮਾ ਸੱਚੇ ਪਾਤਸ਼ਾਹ ਨੇ ਅਪਾਰ ਬਖਸ਼ਿਸ਼ ਕਰਕੇ ਸਾਨੂੰ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਅੱਜ ਸੁਬਾਹ ਬਖਸ਼ਿਸ਼ ਕੀਤਾ ਹੈ। ਅੱਜ ਦਾ ਹੁਕਮਨਾਮਾ ਰਾਗ ਜੈਤਸਰੀ ਦੇ ਵਿੱਚ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਦਾ 4 ਪਦਿਆਂ ਵਾਲਾ ਸ਼ਬਦ ਹੈ, ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 669 ਅੰਗ ਤੇ ਸੁਸ਼ੋਭਿਤ ਹੈ। ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਤਰ੍ਹਾਂ ਪ੍ਰਕਾਸ਼ਿਤ ਕੀਤੀ ਹੈ। ਜੈਤਸਰੀ ਮਹੱਲਾ ਚੌਥਾ। ਘਰ ਪਹਿਲਾ ਚੌਪਦੇ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਹੇ ਭਾਈ, ਜਦੋਂ ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ ਤਾਂ ਮੇਰੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਰਤਨ ਵਰਗਾ ਕੀਮਤੀ ਨਾਮ ਆ ਵਸਿਆ। ਹੇ ਭਾਈ, ਜਿਸ ਵੀ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ ਤੇ ਉਸ ਦੇ ਸਿਰੋਂ ਪਾਪਾਂ ਦਾ ਕਰਜ਼ਾ ਉਤਰ ਗਿਆ। ਹੇ ਮੇਰੇ ਮਨ, ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ। ਪਰਮਾਤਮਾ ਸਾਰੇ ਪਦਾਰਥ ਦੇਣ ਵਾਲਾ ਹੈ। ਹੇ ਮੇਰੇ ਮਨ, ਗੁਰੂ ਦੀ ਸ਼ਰਨ ਪਿਆ ਰਹੋ। ਪੂਰੇ ਗੁਰੂ ਨੇ ਹੀ ਪਰਮਾਤਮਾ ਦਾ ਨਾਮ ਹਿਰਦੇ ਦੇ ਵਿੱਚ ਪੱਕਾ ਕੀਤਾ ਹੈ ਤੇ ਨਾਮ ਤੋਂ ਬਿਨਾਂ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ। ਸਤਿਗੁਰੂ ਜੀ ਵਿਸ਼ਰਾਮ ਦੇ ਕੇ ਅੱਗੇ ਫਰਮਾ ਰਹੇ ਨੇ, ਹੇ ਭਾਈ, ਜਿਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਨੇ, ਉਹ ਗੁਰੂ ਦੀ ਸ਼ਰਨ ਤੋਂ ਬਿਨਾਂ ਮੂਰਖ ਹੋਏ ਰਹਿੰਦੇ ਨੇ। ਉਹ ਸਦਾ ਮਾਇਆ ਦੇ ਮੋਹ ਵਿੱਚ ਫਸੇ ਰਹਿੰਦੇ ਨੇ। ਉਹਨਾਂ ਨੇ ਕਦੇ ਵੀ ਗੁਰੂ ਦਾ ਆਸਰਾ ਨਹੀਂ ਲਿਆ। ਉਹਨਾਂ ਨੇ ਸਾਰਾ ਜੀਵਨ ਵਿਅਰਥ ਹੀ ਗਵਾ ਦਿੱਤਾ। ਹੇ ਭਾਈ, ਜਿਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਨੇ, ਉਹ ਖਸਮ ਵਾਲੇ ਬਣ ਜਾਂਦੇ ਨੇ। ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ। ਹੇ ਹਰੀ, ਹੇ ਜਗਤ ਦੇ ਨਾਥ, ਮੇਰੇ ਉੱਤੇ ਮਿਹਰ ਕਰ। ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ। ਹੇ ਗੁਰੂ, ਅਸੀਂ ਜੀਵ ਮਾਇਆ ਦੇ ਵਿੱਚ ਅੰਨੇ ਹੋ ਰਹੇ ਹਾਂ। ਅਸੀਂ ਆਤਮਿਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ। ਸਾਨੂੰ ਸਹੀ ਜੀਵਨ ਜੁਗਤ ਦੀ ਸੂਝ ਨਹੀਂ ਹੈ। ਅਸੀਂ ਤੇਰੇ ਦੱਸੇ ਹੋਏ ਰਾਹ, ਜੀਵਨ ਰਾਹ ਉੱਤੇ ਨਹੀਂ ਤੁਰ ਸਕਦੇ। ਹੇ ਦਾਸ ਨਾਨਕ, ਆਖ ਕਿ ਗੁਰੂ, ਸਾਨੂੰ ਅੰਨਿਆਂ ਨੂੰ ਆਪਣਾ ਪੱਲਾ ਫੜਾ, ਤਾਂ ਕਿ ਤੇਰੇ ਪੱਲੇ ਲੱਗ ਕੇ ਅਸੀਂ ਤੇਰੇ ਦੱਸੇ ਹੋਏ ਰਾਸਤੇ ਦੇ ਉੱਤੇ ਤੁਰ ਸਕੀਏ। ਇਹ ਸੀ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ। ਤੇ ਆਓ ਇੱਕ ਸ਼ਬਦ ਸਰਵਣ ਕਰਦੇ ਹਾਂ, ਜਿਸ ਨੂੰ ਗਾਇਨ ਕੀਤਾ ਹੈ ਭਾਈ ਨਿਰੰਜਨ ਸਿੰਘ ਜੀ ਜਵਾਦੀ ਕਲਾ ਵਾਲਿਆਂ ਨੇ, ਤੇ ਉਸ ਤੋਂ ਬਾਅਦ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਆਪ ਜੀ ਦੇ ਨਾਲ ਸਾਂਝੀ ਕਰਾਂਗੇ। ਵਿਸਰ ਨਹੀਂ ਪ੍ਰਭ ਦੀਨ ਦਇਆਲ, ਤੇਰੀ ਸਰਣ ਪੂਰਨ ਕਿਰਪਾਲਾ। ਵਿਸਰ ਨਹੀਂ ਪ੍ਰਭ ਦੀਨ ਦਇਆਲ, ਤੇਰੀ ਸਰਣ ਪੂਰਨ ਕਿਰਪਾਲਾ। ਤੇਰੀ ਸਰਣ ਪੂਰਨ ਕਿਰਪਾਲਾ। ਜਹ ਚਿਤ ਆਵੇ ਸੋ ਥਾਨ ਸੁਹਾਵਾ, ਜਿਤ ਵੇਲਾ ਵਿਸਰੇ ਤਾ ਲਾਗੈ ਆਵਾ।
ਜਹ ਚਿਤ ਆਵੇ ਸੋ ਥਾਨ ਸੁਹਾਵਾ ਜਿਤ ਵੇਲਾ ਵਿਸਰੈ ਤਾ ਲਾਗੈ ਹਾਵਾ ਵਿਸਰ ਨਹੀਂ ਪ੍ਰਭ ਦੀਨ ਦਇਆਲਾ ਤੇਰੀ ਸ਼ਰਨ ਪੂਰਨ ਕਿਰਪਾਲਾ ਵਿਸਰ ਨਹੀਂ ਪ੍ਰਭ ਦੀਨ ਦਇਆਲਾ ਤੇਰੀ ਸ਼ਰਨ ਪੂਰਨ ਕਿਰਪਾਲਾ ਤੇਰੀ ਸ਼ਰਨ ਪੂਰਨ ਕਿਰਪਾਲਾ। ਤੇਰੇ ਜੀ ਤੂੰ ਸਦ ਹੀ ਸਾਥੀ ਸੰਸਾਰ ਸਾਗਰ ਤੇ ਕੱਢ ਦੇ ਹਾਥੀ ਤੇਰੇ ਜੀ ਤੂੰ ਸਦ ਹੀ ਸਾਥੀ ਸੰਸਾਰ ਸਾਗਰ ਤੇ ਕੱਢ ਦੇ ਹਾਥੀ ਵਿਸਰ ਨਹੀਂ ਪ੍ਰਭ ਦੀਨ ਦਇਆਲਾ ਤੇਰੀ ਸ਼ਰਨ ਪੂਰਨ ਕਿਰਪਾਲਾ ਵਿਸਰ ਨਹੀਂ ਪ੍ਰਭ ਦੀਨ ਦਇਆਲਾ ਤੇਰੀ ਸ਼ਰਨ ਪੂਰਨ ਕਿਰਪਾਲਾ ਤੇਰੀ ਸ਼ਰਨ ਪੂਰਨ ਕਿਰਪਾਲਾ। ਆਵਣ ਜਾਣਾ ਤੁਮ ਹੀ ਕੀਆ ਜਿਸ ਤੂੰ ਰਾਖੈ ਤਿਸ ਦੁਖ ਨ ਥੀਆ ਆਵਣ ਜਾਣਾ ਤੁਮ ਹੀ ਕੀਆ ਜਿਸ ਤੂੰ ਰਾਖੇ ਤਿਸ ਦੁਖ ਨ ਥੀਆ ਵਿਸਰ ਨਹੀਂ ਪ੍ਰਭ ਦੀਨ ਦਇਆਲਾ ਤੇਰੀ ਸ਼ਰਨ ਪੂਰਨ ਕਿਰਪਾਲਾ ਵਿਸਰ ਨਹੀਂ ਪ੍ਰਭ ਦੀਨ ਦਇਆਲਾ ਤੇਰੀ ਸ਼ਰਨ ਪੂਰਨ ਕਿਰਪਾਲਾ। ਤੂੰ ਏਕੋ ਸਾਹਿਬ ਅਵਰ ਨ ਹੋਰ ਬਿਨੋ ਕਰੈ ਨਾਨਕ ਕਰ ਜੋ ਤੂੰ ਏਕੋ ਸਾਹਿਬ ਅਵਰ ਨ ਹੋਰ 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 ਤੂੰ ਏਕੋ ਸਾਹਿਬ ਅਵਰ ਨ ਹੋਰ ਬਿਨੋ ਕਰੇ ਨਾਨਕ ਕਰ ਜੋਰ ਦੋਇ ਕਰ ਜੋੜ ਕਰੋ ਅਰਦਾਸ ਤੁਧ ਭਾਵੈ ਤਾਂ ਆਣੈ ਰਾਸ ਤੂੰ ਏਕੋ ਸਾਹਿਬ ਅਵਰ ਨ ਹੋਰ ਬਿਨੋ ਕਰੈ ਨਾਨਕ ਕਰ ਜੋਰ ਤੂੰ ਏਕੋ ਸਾਹਿਬ
कर जोर, विसर नहीं प्रभ दीन दयाला, तेरी शरण पूरन कृपाला। विसर नहीं प्रभ दीन दयाला, तेरी शरण पूरन कृपाला, तेरी शरण पूरन कृपाला, तेरी शरण पूरन कृपाला, तेरी शरण पूरन कृपाला। ਹਾਂਜੀ, ਇਹ ਸਨ ਭਾਈ ਨਿਰੰਜਨ ਸਿੰਘ ਜੀ ਜਵਾਦੀ ਕਲਾਂ ਵਾਲੇ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਸ਼ਬਦ ਸਰਵਣ ਕੀਤਾ ਹੈ। ਤੇ ਆਓ ਚੱਲਦੇ ਹਾਂ ਹੁਣ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਵੱਲ, ਜਿਹੜੀ ਕਿ ਧੰਨਵਾਦ ਸਹਿਤ ਅਸੀਂ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ। ਜੈਤਸਰੀ 4th ਮਹਿਲ, ਫਸਟ ਹਾਊਸ, ਚੌਪਦਾਸ, one universal creator God, by the grace of the true Guru. The jewel of the Lord's name abides within my heart. The Guru has placed his hand on my forehead. The sins and pains of countless incarnations have been cast out. The Guru has blessed me with the name of the Lord, and my debt has been paid off. O my mind, vibrate the Lord's name, and all your affairs shall be resolved. The perfect Guru has implanted the Lord's name within me. Without the name, life is useless. Pause. Without the Guru, the self-willed manmukhs are foolish and ignorant. They are forever entangled in emotional attachment to Maya. They never serve the feet of the holy. Their lives are totally useless. Those who serve at the feet of the holy, their lives are made fruitful, and they belong to the Lord. Make me the slave of the slave of the slaves of the Lord. Bless me with your mercy, O Lord of the universe. I am blind, ignorant, and totally without wisdom. How can I walk on the path? I am blind. O Guru, please let me grasp the hem of your robe, so that servant Nanak may walk in harmony with you. ਇਹ ਸੀ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ। ਤੇ ਸਤਿਗੁਰੂ ਜੀ ਚੌਥੇ ਪਾਤਸ਼ਾਹ ਉਸ ਪ੍ਰਮਾਤਮਾ ਨੂੰ, ਗੁਰੂ ਨੂੰ ਬੇਨਤੀ ਕਰਦੇ ਨੇ ਕਿ ਸਾਨੂੰ ਆਪਣਾ ਪੱਲਾ ਫੜਾ। ਸਾਡੀ ਵੀ ਬੇਨਤੀ ਇਹੀ ਹੈ ਕਿ ਹੇ ਸਤਿਗੁਰੂ, ਸਾਨੂੰ ਆਪਣਾ ਪੱਲਾ ਫੜਾ, ਤਾਂ ਕਿ ਜਿਹੜੀ ਜੀਵਨ ਜਾਚ ਤੁਸੀਂ ਦੱਸੀ ਹੈ ਉਸ ਤੇ ਤੁਰ ਸਕੀਏ। ਤੇ ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਣ ਕਰਦੇ ਹਾਂ। एक तेरा नाम कुंदकारा, मैं गरीब मैं मस्कीन, तेरा नाम है अधारा। मैं अंधले की टेक, तेरा नाम कुंदकारा, मैं गरीब मैं मस्कीन, तेरा नाम है अधारा। मैं अंधले की टेक, तेरा नाम खुंदकारा, मैं गरीब मैं
रहीमा अल्लाह तू गनी हाजरा हजूर दर पेश तू मनी करीमा रहीमा अल्लाह तू गनी हाजरा हजूर दर पेश तू मनी मैं अंधले की टेक तेरा नाम खुंदकारा मैं गरीब मैं मस्कीन तेरा नाम है अदारा मैं अंधले की टेक तेरा नाम खुंदकारा मैं गरीब मैं मस्कीन तेरा नाम है अदारा दरिया तू दहंद तू बसियार तू तनी देह ले एक तू दिगर को नहीं दरिया तू दहंद तू बसियार तू धनी देह ले एक तू दिगर को नहीं मैं अंधले की टेक तेरा नाम खुंदकारा मैं गरीब मैं मस्कीन तेरा नाम है अदारा मैं अंधले की टेक तेरा नाम खुंदकारा मैं गरीब मैं मस्कीन तेरा नाम है अदारा तुम दाना तुम बीना मैं विचार क्या करी नामे चे स्वामी बख्शंद तू हरी तुम दाना तुम बीना मैं विचार क्या करी नामे चे स्वामी बख्शंद तू हरी मैं अंधले की टेक तेरा नाम खुंदकारा मैं गरीब मैं मस्कीन तेरा नाम है अदारा मैं अंधले की टेक तेरा नाम खुंदकारा मैं गरीब मैं मस्कीन
मैं गरीब मैं मस्कीन, तेरा नाम है आधारा। ਹਾਂਜੀ, ਹੁਣੇ ਅਸੀਂ ਸੁਣ ਰਹੇ ਸੀ ਇਹ ਸ਼ਬਦ ਜਿਸ ਨੂੰ ਉਚਾਰਨ ਕੀਤਾ ਸੀ ਭਗਤ ਨਾਮਦੇਵ ਜੀ ਨੇ ਤੇ ਗਾਇਨ ਕੀਤਾ ਸੰਤ ਅਨੂਪ ਸਿੰਘ ਜੀ ਉਹਨਾਂ ਸਾਹਿਬ ਵਾਲਿਆਂ ਨੇ ਤੇ ਉਹਨਾਂ ਦੇ ਜਥੇ ਨੇ। ਤੇ ਜਿਵੇਂ ਕਿ ਸਾਡੇ ਸਰੋਤੇ ਜਾਣਦੇ ਨੇ, ਪਿਛਲੇ ਕੁਝ ਸਮੇਂ ਤੋਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਗੁਰੂ ਸਾਹਿਬਾਨ ਭਗਤ ਸਾਹਿਬਾਨ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਹੈ, ਉਹਨਾਂ ਦੇ ਜੀਵਨ ਸੰਬੰਧੀ ਤੇ ਉਹਨਾਂ ਦੀ ਬਾਣੀ ਸੰਬੰਧੀ ਜਿਹੜੇ ਸ਼ਬਦ ਨੇ ਸੰਤ ਸੇਵਾ ਸਿੰਘ ਜੀ ਰਾਮਪੁਰ ਖੇੜਾ ਵਾਲਿਆਂ ਨੇ ਆਪਣੀ ਕਿਤਾਬ ਗੁਰੂ ਗ੍ਰੰਥ ਸਾਹਿਬ ਦਰਸ਼ਨ ਦੇ ਵਿੱਚ ਲਿਖੇ ਨੇ, ਉਹ ਆਪ ਜੀ ਦੇ ਨਾਲ ਸਾਂਝੇ ਕਰਦੇ ਆ ਰਹੇ ਹਾਂ। ਅੱਜ ਅਸੀਂ ਭਗਤ ਧੰਨਾ ਜੀ ਮਹਾਰਾਜ ਉਹਨਾਂ ਦੇ ਨਾਲ ਸੰਬੰਧਿਤ ਜਿਹੜੀਆਂ ਵਿਚਾਰਾਂ ਤੇ ਉਹਨਾਂ ਦੀ ਬਾਣੀ ਦੇ ਨਾਲ ਜਿਹੜੇ ਸੰਬੰਧਿਤ ਵਿਚਾਰਾਂ ਲਿਖੀਆਂ ਨੇ ਉਹ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ। ਤੇ ਸੰਖੇਪ ਦੇ ਵਿੱਚ ਸੰਤ ਸੇਵਾ ਸਿੰਘ ਜੀ ਰਾਮਪੁਰ ਖੇੜਾ ਵਾਲੇ ਲਿਖਦੇ ਨੇ ਕਿ ਭਗਤ ਧੰਨਾ ਜੀ ਦਾ ਜੀਵਨ ਬਿਓਰਾ ਇਸ ਤਰ੍ਹਾਂ ਹੈ, ਉਹਨਾਂ ਦੇ ਬਾਬਤ ਬਹੁਤ ਹੀ ਘੱਟ ਜਾਣਕਾਰੀ ਹੈ। ਉਹਨਾਂ ਦਾ ਜਨਮ ਇਹ ਇਤਿਹਾਸਕਾਰਾਂ ਦਾ ਅਨੁਮਾਨ ਹੈ ਕਿ 1415 ਈਸਵੀ ਨੂੰ ਹੋਇਆ। ਉਹਨਾਂ ਦੇ ਪਿਤਾ ਜੀ, ਉਹਨਾਂ ਦੇ ਮਾਤਾ ਜੀ, ਧਰਮ ਪਤਨੀ ਜਾਂ ਉਹਨਾਂ ਦੀ ਸੰਤਾਨ ਬਾਰੇ ਕੋਈ ਬਹੁਤ ਜਾਣਕਾਰੀ ਮਿਲ ਨਹੀਂ ਰਹੀ। ਉਹਨਾਂ ਦਾ ਜਨਮ ਸਥਾਨ ਪਿੰਡ ਧੁਆਨ, ਇਲਾਕਾ ਟਾਂਕ, ਉਸ ਸਮੇਂ ਰਾਜਪੂਤਾਨਾ ਦੇ ਵਿੱਚ ਸੀ ਤੇ ਆਪ ਦਾ ਕਿੱਤਾ ਜ਼ਿਮੀਂਦਾਰਾ ਵਾਹੀ ਕਰਦੇ ਸਨ ਤੇ ਆਪ ਜੀ ਨੇ ਪਰਲੋਕ ਗਮਨ 1775 ਈਸਵੀ ਨੂੰ 60 ਸਾਲ ਦੀ ਉਮਰ ਦੇ ਵਿੱਚ ਕੀਤਾ। ਆਪ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ 4 ਸ਼ਬਦ ਨੇ ਤੇ ਆਪ ਜੀ ਦਾ ਮੁੱਖ ਉਪਦੇਸ਼ ਇਹ ਹੈ ਕਿ ਪਰਮਾਤਮਾ ਨੂੰ ਨਿਰਛਲ ਬੁੱਧੀ ਦੇ ਨਾਲ ਸੇਵ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ। ਪਰਮਾਤਮਾ ਹਰ ਥਾਂ ਹਰੇਕ ਜੀਵ ਦੀ ਪਾਲਣਾ ਕਰਦਾ ਹੈ। ਹੇ ਮਨ, ਨਿਸ਼ਚਿੰਤ ਹੋ ਕੇ ਪ੍ਰਭੂ ਮਾਲਕ ਦਾ ਭਜਨ ਕਰ। ਜੋ ਵੀ ਆਰਥਿਕ ਪਰਮਾਰਥਕ ਲੋੜ ਹੋਵੇ, ਨਿਸੰਗ ਹੋ ਕੇ ਆਪਣੇ ਮਾਲਕ ਪ੍ਰਭੂ ਦੇ ਅੱਗੇ ਅਰਜ਼ ਕਰਨੀ ਚਾਹੀਦੀ ਹੈ। ਪਰਮਾਤਮਾ ਦਿਆਲੂ ਹੈ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਦਾ ਆਪਣਾ ਬਿਰਧ ਪਾਲਦਾ ਹੈ। ਇਸ ਲਈ ਮਤ ਰੇ ਜੀ ਡਰਾਹੀਂ ਦੀ ਧਾਰਨੀ ਬਣਨਾ ਚਾਹੀਦਾ ਹੈ। ਤੇ ਆਓ ਚੱਲਦੇ ਹਾਂ, ਇੱਕ ਸ਼ਬਦ ਹੋਰ ਸਰਵਣ ਕਰਦੇ ਹਾਂ ਤੇ ਉਸ ਤੋਂ ਬਾਅਦ ਜਿਹੜਾ ਹੈ ਭਗਤ ਧੰਨਾ ਜੀ ਮਹਾਰਾਜ ਉਹਨਾਂ ਦੇ ਜੀਵਨ ਅਤੇ ਉਹਨਾਂ ਦੀ ਬਾਣੀ ਦੇ ਨਾਲ ਸੰਬੰਧਿਤ ਜਿਹੜੀਆਂ ਵਿਚਾਰਾਂ ਨੇ ਉਹ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ। ਤੇ ਇਹ ਅਗਲਾ ਸ਼ਬਦ ਹੈ ਜਿਸ ਨੂੰ ਗਾਇਨ ਕੀਤਾ ਹੈ ਭਾਈ ਸੁਰਿੰਦਰ ਸਿੰਘ ਜੀ ਮਠਾਰੂ ਜੀ ਨੇ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ।
रविदास टुआता टोर नीर तेन त्यागी माया प्रगट हो साध संग हर दर्शन पाया गोविंद 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 सांग नाम दियो मन लीना गोविंद 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 सांग नाम दियो मन लीना सैन नाई बूत कारिया ओ कर कर सुनिया हृदय वसिया पार ब्रह्म भगता मैं गणिया गोविंद 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 सांग नाम दियो मन लीना गोविंद 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 सांग नाम दियो मन लीना ये विद सुन के जाट रो उठ पग लागा मिले प्रताख गोसाइया तना वड पागा गोविंद 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 सांग नाम दियो मन लीना गोविंद 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 सांग नाम दियो मन लीना आड दाम को छीप रो होए ओ लाखीना गोविंद 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 सांग नाम दियो मन लीना गोविंद 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 सांग नाम दियो मन लीना ਹਾਂਜੀ ਇਹ ਸਨ ਭਾਈ ਸੁਰਿੰਦਰ ਸਿੰਘ ਜੀ ਮਿਠਾਰੂ ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਹੈ। ਤੇ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਰਾਗ ਆਸਾ ਦੇ ਵਿੱਚ ਉਚਾਰਨ ਕੀਤਾ ਹੋਇਆ ਸ਼ਬਦ। ਤੇ ਪ੍ਰੋਗਰਾਮ ਦੇ ਦੂਜੇ ਹਿੱਸੇ ਵਿੱਚ ਆਪ ਜੀ ਦਾ ਸਵਾਗਤ। ਤੇ ਅਗਰ ਆਪ ਜੀ ਨੇ ਹੁਣੇ-ਹੁਣੇ ਪ੍ਰੋਗਰਾਮ ਸੁਣਨਾ ਸ਼ੁਰੂ ਕੀਤਾ ਹੈ ਤੇ ਦਿਲ ਦੀਆਂ ਗਹਿਰਾਈਆਂ ਤੋਂ ਆਪ ਜੀ ਦਾ ਸਵਾਗਤ।
ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਅਸੀਂ ਹੁਣ ਭਗਤ ਧੰਨਾ ਜੀ ਉਹਨਾਂ ਦੇ ਜੀਵਨ ਤੇ ਉਹਨਾਂ ਦੀ ਬਾਣੀ ਦੇ ਸੰਬੰਧ ਦੇ ਵਿੱਚ ਲਿਖੇ ਹੋਏ ਸ਼ਬਦ ਸੰਤ ਸੇਵਾ ਸਿੰਘ ਜੀ ਰਾਮਪੁਰ ਖੇੜਾ ਵਾਲਿਆਂ ਦੇ ਆਪ ਜੀ ਦੇ ਨਾਲ ਸਾਂਝੇ ਕਰਦੇ ਹਾਂ। ਪ੍ਰਭੂ ਪਰਮੇਸ਼ਰ ਜੀ ਉੱਤੇ ਅਟਲ ਵਿਸ਼ਵਾਸ ਤੇ ਭਰੋਸੇ ਵਾਲੇ ਭਗਤ ਧੰਨਾ ਜੀ ਦਾ ਜਨਮ 1415 ਈਸਵੀ ਨੂੰ ਪਿੰਡ ਧੁਆਨ ਇਲਾਕਾ ਟਾਂਕ ਰਾਜਪੂਤਾਨੇ ਦੇ ਇੱਕ ਗਰੀਬ ਜ਼ਿਮੀਂਦਾਰ ਕਿਰਤੀ ਦੇ ਘਰ ਵਿੱਚ ਹੋਇਆ। ਆਪ ਜੀ ਬਚਪਨ ਤੋਂ ਹੀ ਧਾਰਮਿਕ ਸੰਸਕਾਰਾਂ ਦੇ ਧਾਰਨੀ ਸਨ। ਆਪ ਜੀ ਦੀ ਰੁਚੀ ਜਨਮ ਤੋਂ ਹੀ ਧਾਰਮਿਕ ਹੋਣ ਸਦਕਾ ਆਪ ਜੀ ਨੇ ਉਸ ਸਮੇਂ ਦੇ ਪ੍ਰਸਿੱਧ ਭਗਤ ਨਾਮਦੇਵ ਜੀ ਦਾ ਜਸ ਸੁਣਿਆ। ਬਾਬਾ ਕਬੀਰ ਜੀ ਦੀ ਭਗਤੀ ਕਰਨ ਸਦਕਾ ਜੈ ਜੈਕਾਰ ਹੁੰਦੀ ਸੁਣੀ ਤੇ ਕਥਿਤ ਤੌਰ ਤੇ ਨੀਵੀਂ ਜਾਤ ਨਾਲ ਦੇ ਵਿੱਚ ਸਮਝੇ ਜਾਂਦੇ ਭਗਤ ਰਵਿਦਾਸ ਜੀ ਮਹਾਰਾਜ ਉਹਨਾਂ ਦੇ ਚਰਨਾਂ ਉੱਤੇ ਚਾਰੇ ਵਰਨਾਂ ਦੇ ਲੋਕਾਂ ਨੂੰ ਨਮਸਕਾਰ ਕਰਦੇ ਵੇਖੇ ਤੇ ਸੁਣੇ ਤੇ ਭਗਤ ਸੈਨ ਜੀ ਦੀ ਸੋਭਾ ਘਰ ਘਰ ਹੁੰਦੀ ਸੁਣੀ। ਇਹਨਾਂ ਸਾਰੀਆਂ ਗੱਲਾਂ ਦਾ ਅਸਰ ਭਗਤ ਜੀ ਦੇ ਮਨ ਤੇ ਅਮਿਟ ਛਾਪ ਛੱਡਦਾ ਗਿਆ, ਜਿਸ ਸਦਕਾ ਆਪ ਜੀ ਪ੍ਰਭੂ ਭਗਤੀ ਵੱਲ ਪ੍ਰੇਰੇ ਗਏ ਤੇ ਹਰ ਸਮੇਂ ਧਿਆਨ ਆਪਣੇ ਮਾਲਕ ਪ੍ਰਭੂ ਦੇ ਨਾਲ ਜੋੜੀ ਰੱਖਦੇ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਦਾ ਸੰਕੇਤ ਇਸ ਸ਼ਬਦ ਦੇ ਵਿੱਚ ਜਿਹੜਾ ਕਿ ਅਸੀਂ ਹੁਣੇ ਸੁਣਿਆ ਹੈ ਰਾਗ ਆਸਾ ਦੇ ਵਿੱਚ ਹੈ ਉਹਦੇ ਵਿੱਚ ਦਿੱਤਾ ਹੈ। ਆਸਾ ਮਹੱਲਾ ਪੰਜਵਾ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆਡ ਦਾਮ ਕੋਸ਼ੀ ਪਰੋ ਹੋਇਓ ਲਾਖੀਨਾ ਰਹਾਉ, ਬੁਨਨਾ ਤਨਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋ ਲਾਹਰਾ ਭਇਓ ਗੁਨੀ ਗਹੀਰਾ, ਰਵਿਦਾਸ ਢਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਸੈਨ ਨਾਈ ਬੁੱਤਕਾਰੀਆ ਉਹ ਘਰ ਘਰ ਸੁਨਿਆ, ਹਿਰਦੈ ਬਸਿਆ ਪਾਰ ਬ੍ਰਹਮ ਭਗਤਾਂ ਮੈਂ ਗਨਿਆ, ਇਹ ਵਿਦ ਸੁਨ ਕੋ ਕਹਿ ਜਾਟਰੋ ਉਠ ਭਗਤੀ ਲਾਗਾ, ਮਿਲੇ ਪਰ ਤਖ ਗਸਾਈਆਂ ਧੰਨਾ ਬਡਭਾਗਾ। ਪੂਰਬਲੇ ਭਗਤੀ ਸੰਸਕਾਰਾਂ ਨੂੰ ਪ੍ਰਗਟ ਕਰਨ ਦੇ ਲਈ ਕੋਈ ਨਾ ਕੋਈ ਵਿਧ ਵਿਹਾਨਾ ਚਾਹੀਦਾ ਸੀ। ਆਪ ਜੀ ਆਪਣੇ ਪਿਤਾ ਜੀ ਵੱਲੋਂ ਜੁੰਮੇ ਲਾਏ ਹੋਏ ਪਸ਼ੂ ਚਾਰਨ ਦੇ ਕੰਮ ਦੇ ਨਾਲ ਕਰਨ ਦੇ ਲਈ ਨਦੀ ਦੇ ਕਿਨਾਰੇ ਚਾਰਾਗਾਹ ਦੇ ਵਿੱਚ ਨਿੱਤ ਜਾਇਆ ਕਰਦੇ ਸੀ। ਚਰਾਗਾਹ ਜਿੱਥੇ ਕਿ ਲੋਕ ਪਸ਼ੂ ਚਾਰਦੇ ਨੇ, ਅੱਜ ਕੱਲ੍ਹ ਤਾਂ ਪੰਜਾਬ ਦੇ ਵਿੱਚ ਇਹ ਬਿਲਕੁਲ ਖਤਮ ਹੀ ਹੋ ਗਿਆ ਹੈ ਕਿਉਂਕਿ ਹਰ ਇੱਕ ਥਾਂ ਜਿਹੜੀ ਹੈ ਉਸ ਨੂੰ ਖੇਤੀ ਦੇ ਯੋਗ ਬਣਾ ਲਿਆ ਗਿਆ ਹੈ। ਪੁਰਾਣੇ ਸਮਿਆਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਪਸ਼ੂਆਂ ਨੂੰ ਚਰਾਉਣ ਦੇ ਲਈ ਜਿਹੜੀ ਹੈ ਚਰਾਂਦ ਕਹਿੰਦੇ ਸੀ ਅਸੀਂ, ਜਾਂ ਚਰਾਗਾਹ ਵੀ ਕਹਿੰਦੇ ਨੇ, ਉਹ ਹੁੰਦੀ ਸੀ ਜਿੱਥੇ ਲੋਕੀ ਆਪਣੇ ਪਸ਼ੂ ਚਰਾਉਂਦੇ ਸਨ ਤੇ ਸ਼ਾਮ ਨੂੰ ਫਿਰ ਘਰਾਂ ਨੂੰ ਲੈ ਜਾਂਦੇ ਸਨ। ਤੇ ਇੱਥੇ ਕਹਿੰਦੇ ਇੱਕ ਨਦੀ ਵਗਦੀ ਸੀ। ਇਸ ਨਦੀ ਦੇ ਕਿਨਾਰੇ ਇੱਕ ਪੰਡਤ ਜਿਹਦਾ ਨਾਮ ਤਰਲੋਚਨ ਸੀ, ਉਹ ਵੀ ਨੇਮ ਦੇ ਨਾਲ ਠਾਕਰ ਪੂਜਾ ਕਰਨ ਦੇ ਲਈ ਆਉਂਦਾ ਸੀ। ਉਹ ਪਹਿਲਾਂ ਆਪ ਇਸ਼ਨਾਨ ਕਰਦਾ, ਫਿਰ ਮੂਰਤੀਆਂ ਨੂੰ ਇਸ਼ਨਾਨ ਕਰਵਾ ਕੇ ਠਾਕਰਾਂ ਦੀ ਪੂਜਾ ਕਰਦਾ। ਭਗਤ ਧੰਨਾ ਜੀ ਹਰ ਰੋਜ਼ ਪੰਡਿਤ ਤਰਲੋਚਨ ਦੀ ਇਸ ਕਿਰਿਆ ਨੂੰ ਵੇਖਦੇ ਤੇ ਮਨ ਹੀ ਮਨ ਵਿਚਾਰ ਕਰਦੇ ਕਿ ਮੈਂ ਤਾਂ ਹਰ ਰੋਜ਼ ਆਪਣੀਆਂ ਗਾਈਆਂ ਨੂੰ ਚਾਰਨ ਵਾਸਤੇ ਇਸ ਚਾਰਾਗਾਹ ਵਿੱਚ ਆਉਂਦਾ ਹਾਂ, ਇਹ ਪੰਡਿਤ ਹਰ ਰੋਜ਼ ਨਦੀ ਦੇ ਕੰਢੇ ਬੈਠ ਕੇ ਕੀ ਕਰਦਾ ਹੈ। ਇੱਕ ਦਿਨ ਆਪ ਜੀ ਨੇ ਪੰਡਿਤ ਤਰਲੋਚਨ ਜੀ ਦੇ ਕੋਲ ਜਾ ਕੇ, ਜੋ ਕਿ ਠਾਕਰਾਂ ਦੀ ਪੂਜਾ ਕਰ ਰਹੇ ਸੀ, ਹਿਆਂ ਕਰਕੇ ਪੁੱਛ ਹੀ ਲਿਆ, ਪੰਡਿਤ ਜੀ ਇਹ ਤੁਸੀਂ ਕੀ ਕਰਦੇ ਪਏ ਹੋ? ਅੱਗੋਂ ਤਰਲੋਚਨ ਨੇ ਧੰਨੇ ਨੂੰ ਉੱਤਰ ਦਿੱਤਾ, ਜੱਟਾ ਤੈਨੂੰ ਨਹੀਂ ਪਤਾ, ਮੈਂ ਆਪਣੇ ਠਾਕਰਾਂ ਦੀ ਪੂਜਾ ਕਰਦਾ ਪਿਆ ਹਾਂ। ਅੱਗੋਂ ਧੰਨਾ ਜੀ ਨੇ ਹੋਰ ਸਵਾਲ ਕਰ ਦਿੱਤਾ, ਪੰਡਿਤ ਜੀ ਠਾਕਰਾਂ ਦੀ ਪੂਜਾ ਦੇ ਨਾਲ ਕੀ ਮਿਲਦਾ ਹੈ? ਤੇ ਤਰਲੋਚਨ ਜੀ ਨੇ ਧੰਨਾ ਜੀ ਨੂੰ ਉੱਤਰ ਦਿੱਤਾ, ਜਿਹੜਾ ਪਿਆਰ ਦੇ ਨਾਲ ਠਾਕਰਾਂ ਦੀ ਪੂਜਾ ਕਰਕੇ ਠਾਕਰਾਂ ਨੂੰ ਭੋਗ ਲਗਾਉਂਦਾ ਹੈ, ਉਸ ਨੂੰ ਲੋਕ ਪਰਲੋਕ ਦੇ ਸਾਰੇ ਪਦਾਰਥ ਮਿਲ ਜਾਂਦੇ ਨੇ। ਘਰ ਅਤੇ ਪਰਿਵਾਰ ਦੇ ਵਿੱਚ ਕਿਸੇ ਵੀ ਵਸਤੂ ਦੀ ਘਾਟ ਨਹੀਂ ਰਹਿੰਦੀ। ਜੋ ਵੀ ਠਾਕਰਾਂ ਦੀ ਪੂਜਾ ਕਰਕੇ ਇਹਨਾਂ ਪਾਸੋਂ ਮੰਗੇ, ਠਾਕਰ ਸਾਰੀਆਂ ਮੁਰਾਦਾਂ ਪੂਰੀਆਂ ਕਰਦੇ ਨੇ।
ਭਗਤ ਧੰਨਾ ਜੀ ਨੇ ਤਰਲੋਚਨ ਜੀ ਨੂੰ ਬੇਨਤੀ ਕੀਤੀ, ਪੰਡਤ ਜੀ ਕਿਰਪਾ ਕਰਕੇ ਮੈਨੂੰ ਵੀ ਇੱਕ ਠਾਕਰ ਦੇਵੋ। ਪੰਡਤ ਤਰਲੋਚਨ ਨੇ ਸਿੱਧਾ ਸਾਦਾ ਜੱਟ ਵੇਖ ਕੇ ਠਾਕਰ ਦੇਣ ਤੋਂ ਟਾਲ ਮਟੋਲ ਕੀਤੀ। ਤਰਲੋਚਨ ਨੇ ਧੰਨੇ ਨੂੰ ਕਿਹਾ, ਧੰਨਿਆ, ਠਾਕਰਾਂ ਦੀ ਪੂਜਾ ਕਰਨੀ ਬੜੀ ਔਖੀ ਹੈ। ਅੰਮ੍ਰਿਤ ਵੇਲੇ ਉੱਠਣਾ ਪੈਂਦਾ ਹੈ, ਧੂਪ ਦੀਪ ਕਰਕੇ ਫਿਰ ਠਾਕਰਾਂ ਨੂੰ ਭੋਗ ਲਗਾ ਕੇ ਅੰਨ ਜਲ ਗ੍ਰਹਿਣ ਕਰਨਾ ਪੈਂਦਾ ਹੈ। ਜੇ ਪਹਿਲਾਂ ਆਪ ਖਾ ਲਓ ਤਾਂ ਠਾਕਰ ਜੀ ਨਾਰਾਜ਼ ਹੋ ਜਾਂਦੇ ਨੇ। ਪ੍ਰੇਮਾ ਭਗਤੀ ਦੀ ਦ੍ਰਿੜਤਾ ਤੇ ਪਵਿੱਤਰ ਮਨ ਵਾਲੇ ਭਗਤ ਧੰਨਾ ਜੀ ਨੇ ਪੰਡਿਤ ਜੀ ਦੀਆਂ ਸਾਰੀਆਂ ਸ਼ਰਤਾਂ ਮੰਨ ਲਈਆਂ। ਪੰਡਿਤ ਤਰਲੋਚਨ ਨੇ ਧੰਨਾ ਜੀ ਨੂੰ ਠਾਕਰ ਦੇ ਲੈਣ ਲਈ ਬੇਜੱਦ ਦੇਖ ਕੇ ਬਾਗਰਈ ਨਦੀ ਦੇ ਵਿੱਚੋਂ ਇੱਕ ਵੱਡਾ ਸਾਰਾ ਪੱਥਰ ਚੁੱਕਿਆ ਤੇ ਉਸ ਪੱਥਰ ਨੂੰ ਇੱਕ ਕੱਪੜੇ ਦੇ ਵਿੱਚ ਲਪੇਟ ਕੇ ਭਗਤ ਧੰਨਾ ਜੀ ਨੂੰ ਦੇ ਦਿੱਤਾ ਤੇ ਠਾਕਰ ਦੀ ਪੂਜਾ ਦੀ ਸਾਰੀ ਵਿਧੀ ਸਮਝਾ ਦਿੱਤੀ ਤੇ ਦੇਣ ਦੇ ਇਵਜ਼ਾਨੇ ਵਜੋਂ ਉਹਦੇ ਬਦਲੇ ਦੇ ਵਿੱਚ ਭਗਤ ਧੰਨੇ ਜੀ ਦੇ ਪਾਸੋਂ ਇੱਕ ਸੁੰਦਰ ਲਵੇਰੀ ਗਊ ਜਿਹੜੀ ਸੀ ਉਹ ਪੰਡਤ ਜੀ ਨੇ ਲੈ ਲਈ। ਧੰਨਾ ਠਾਕਰ ਪ੍ਰਾਪਤ ਕਰਕੇ ਬਹੁਤ ਪ੍ਰਸੰਨ ਹੋਇਆ, ਖੁਸ਼ੀ-ਖੁਸ਼ੀ ਘਰ ਗਿਆ। ਆਪ ਇਸ਼ਨਾਨ ਕੀਤਾ ਤੇ ਠਾਕਰ ਜੀ ਨੂੰ ਵੀ ਇਸ਼ਨਾਨ ਕਰਵਾ ਕੇ ਉੱਚੀ ਜਗ੍ਹਾ ਤੇ ਬਿਰਾਜਮਾਨ ਕਰ ਦਿੱਤਾ ਤੇ ਆਪ ਸਾਗ ਮੱਕੀ ਦੇ ਪ੍ਰਸ਼ਾਦੇ ਤੇ ਲੱਸੀ ਦਾ ਗਲਾਸ ਭਰ ਕੇ ਥਾਲ ਦੇ ਵਿੱਚ ਸਜਾ ਕੇ ਉੱਪਰ ਵੱਡਾ ਸਾਰਾ ਕੱਪੜਾ ਪਾ ਕੇ ਠਾਕਰ ਜੀ ਦੇ ਅੱਗੇ ਧਰ ਦਿੱਤਾ। ਬੜੇ ਪਿਆਰ ਦੇ ਨਾਲ ਭਿੱਜ ਕੇ ਬੇਨਤੀਆਂ ਕਰਨ ਲੱਗਾ, ਠਾਕਰ ਜੀ ਕਿਰਪਾ ਕਰੋ, ਮੈਂ ਗਰੀਬ ਦਾ ਸਾਗ, ਮੱਕੀ ਦੀ ਰੋਟੀ ਤੇ ਲੱਸੀ ਹੀ ਪ੍ਰਵਾਨ ਕਰੋ। ਇਸ ਨੂੰ ਭੋਗ ਲਾ ਕੇ ਪਵਿੱਤਰ ਕਰੋ। ਕਾਫੀ ਸਮਾਂ ਬੇਨਤੀਆਂ ਕਰਦਾ ਰਿਹਾ, ਪਰ ਠਾਕਰ ਜੀ ਨੇ ਭੋਗ ਨਾ ਲਾਇਆ। ਧੰਨਾ ਜੀ ਨਿਰਛਲ ਪਵਿੱਤਰ ਮਨ ਵਾਲੇ ਸਨ। ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਪੰਡਤ ਤਰਲੋਚਨ ਤਾਂ ਠਾਕਰਾਂ ਅੱਗੇ ਪਦਾਰਥ ਰੱਖ ਕੇ ਉਂਗਲ ਡੋਬ ਕੇ ਦੁੱਧ ਦਾ ਛਿੱਟਾ ਮੂਰਤੀ ਨੂੰ ਛਹਾ ਕੇ ਇਸ ਨੂੰ ਭੋਗ ਲਾਉਣਾ ਸਮਝਦਾ ਹੈ ਤੇ ਬਾਕੀ ਸਭ ਕੁਝ ਆਪ ਹੀ ਛਕ ਜਾਂਦਾ ਹੈ। ਪਰ ਧੰਨਾ ਜੀ ਸੱਚਮੁੱਚ ਠਾਕਰ ਜੀ ਨੂੰ ਖਵਾ ਕੇ ਭੋਗ ਲਗਵਾ ਕੇ ਫਿਰ ਹੀ ਛਕਣਾ ਚਾਹੁੰਦੇ ਸਨ। ਪਿਆਰ ਦੇ ਵਿੱਚ ਭਿੱਜ ਕੇ ਦ੍ਰਿੜਤਾ ਦੇ ਨਾਲ ਬੇਨਤੀਆਂ ਕਰੀ ਗਏ। ਅਖੀਰ ਮਨ ਦੇ ਵਿੱਚ ਨਿਰਣਾ ਲੈ ਲਿਆ ਕਿ ਠਾਕਰ ਜੀ ਨੂੰ ਬੇਨਤੀ ਵੀ ਕਰ ਦਿੱਤੀ ਕਿ ਠਾਕਰ ਜੀ, ਜਿੰਨਾ ਚਿਰ ਤੁਸੀਂ ਭੋਗ ਨਹੀਂ ਲਾਵੋਗੇ ਮੈਂ ਵੀ ਮੂੰਹ ਜੂਠਾ ਨਹੀਂ ਕਰਾਂਗਾ। ਆਪ ਦੇ ਭੋਗ ਲਾਉਣ ਉਪਰੰਤ ਹੀ ਮੈਂ ਵੀ ਕੁਝ ਮੂੰਹ ਦੇ ਵਿੱਚ ਪਾਵਾਂਗਾ, ਭਾਵੇਂ ਮੇਰੇ ਘਰ ਦੇ ਵਿੱਚ ਬਹੁਤ ਸਾਰੇ ਪਦਾਰਥ ਨਹੀਂ, ਪਰ ਠਾਕਰ ਜੀ ਮੇਰੇ ਕੋਲ ਜੋ ਵੀ ਹੈ ਮੈਂ ਤੁਹਾਡੇ ਕੋਲ ਹਾਜ਼ਰ ਕਰ ਦਿੱਤਾ ਹੈ। ਤੁਸੀਂ ਤਰਲੋਚਨ ਪਾਸੋਂ ਹਰ ਰੋਜ਼ ਛਕਦੇ ਸੀ, ਕਿਰਪਾ ਕਰਕੇ ਅੱਜ ਮੇਰਾ ਗਰੀਬ ਦਾ ਰੁੱਖਾ ਸੁੱਖਾ ਅੰਨ ਜਲ ਵੀ ਪ੍ਰਵਾਨ ਕਰੋ। ਭਗਤ ਧੰਨਾ ਜੀ ਦੀ ਦ੍ਰਿੜਤਾ ਤੇ ਭੋਲੇ ਭਾਅ ਦਾ ਸਦਕਾ ਪ੍ਰਭੂ ਠਾਕਰ ਜੀ ਨੂੰ ਪ੍ਰਤੱਖ ਦਰਸ਼ਨ ਦੇਣੇ ਪਏ। ਪ੍ਰਭੂ ਜੀ ਨੇ ਪ੍ਰਗਟ ਹੋ ਕੇ ਭਗਤ ਧੰਨਾ ਜੀ ਦੀ ਮੱਕੀ ਦੀ ਰੋਟੀ, ਸਾਗ ਤੇ ਲੱਸੀ ਨੂੰ ਭੋਗ ਲਾਇਆ। ਪ੍ਰਤੱਖ ਭਗਵਾਨ ਦੇ ਦਰਸ਼ਨ ਕਰਕੇ ਜਿੱਥੇ ਭਗਤ ਧੰਨਾ ਜੀ ਦਾ ਮਨ ਗਦ-ਗਦ ਹੋ ਉੱਠਿਆ, ਉੱਥੇ ਭਗਤ ਧੰਨਾ ਜੀ ਦੇ ਅੰਦਰਲੇ ਕਪਾਟ ਖੁੱਲ ਗਏ। ਭਗਤ ਅਤੇ ਮਾਲਕ ਪਿਆਰ ਗਲਵਕੜੀ ਦੇ ਵਿੱਚ ਇੱਕਮਿਕ ਹੋ ਗਏ। ਉਹ ਅਵਸਥਾ ਜਿਹੜੀ ਬੜੀਆਂ ਘਾਲਣਾ ਘਾਲ ਕੇ ਵੀ ਰਿਸ਼ੀਆਂ ਮੁਨੀਆਂ ਨੂੰ ਪ੍ਰਾਪਤ ਨਹੀਂ ਹੁੰਦੀ। ਦ੍ਰਿੜਤਾ, ਭੋਲੇ ਭਾਅ ਤੇ ਪਿਆਰ ਦੇ ਵਿੱਚ ਭਿੱਜ ਕੇ ਅਰਦਾਸਾਂ ਕਰਨ ਸਦਕਾ ਭਗਤ ਧੰਨਾ ਜੀ ਨੂੰ ਪ੍ਰਾਪਤ ਹੋ ਗਈ। ਭਗਤ ਵਛਲ ਪ੍ਰਭੂ ਜੀ ਭਗਤ ਧੰਨਾ ਜੀ ਦੇ ਪਿਆਰ ਵਸ ਸੰਸਾਰ ਦੇ ਸਾਰੇ ਕਾਰਜ ਕਰਦੇ। ਮਿਲੇ ਪ੍ਰਤੱਖ ਗਸਾਈਆਂ ਧੰਨਾ ਵਡਭਾਗਾ ਅਨੁਸਾਰ। ਭਗਤ ਧੰਨਾ ਜੀ ਵਡਭਾਗੇ ਬਣ ਗਏ। ਭਾਈ ਗੁਰਦਾਸ ਜੀ ਨੇ ਭਗਤ ਧੰਨਾ ਜੀ ਦੀ ਇਸ ਸਾਰੀ ਵਾਰਤਾ ਨੂੰ ਆਪਣੀ ਵਾਰ ਦੇ ਵਿੱਚ ਇਸ ਤਰ੍ਹਾਂ ਅੰਕਿਤ ਕੀਤਾ ਹੈ। ਬਾਹਮਣ ਪੂਜੈ ਦੇਵਤੇ, ਧੰਨਾ ਗਊ ਚਰਾਵਣ ਆਵੈ। ਧੰਨੇ ਡਿਠਾ ਚਲਤ ਇਹ, ਪੁੱਛੈ ਬਾਹਮਣ ਆਖ ਸੁਣਾਵੈ। ਠਾਕਰ ਦੀ ਸੇਵਾ ਕਰੈ, ਜੋ ਇੱਛੈ ਸੋਈ ਫਲ ਪਾਵੈ। ਧੰਨਾ ਕਰਦਾ ਜੋਦੜੀ, ਮੈਂ ਭੇਦੇ ਇੱਕ, ਜੇ ਤੁਧ ਭਾਵੈ। ਪੱਥਰ ਇੱਕ ਲਪੇਟ ਕਰ, ਦੇ ਧੰਨੇ ਨੂੰ ਗੈਲ ਛਡਾਵੈ। ਠਾਕਰ ਨੂੰ ਨਿਵਾਲ ਕੈ, ਸ਼ਾਹੇ ਰੋਟੀ ਲੈ ਭੋਗ ਚੜਾਵੈ। ਹੱਥ ਜੋੜ ਮਿੰਨਤਾਂ ਕਰੈ, ਪੈਰੀਂ ਪੈ ਪੈ ਬਹੁਤ ਮਨਾਵੈ। ਹਉ ਪੀ ਮੂੰਹ ਨਾ ਜੁਲਾਰ, ਜਠਾਲਸਾਂ ਤੂੰ ਰੁੱਠਾ ਮੈਂ ਕਿਉ ਨਾ ਸਖਾਵੈ।
ਗੁਸਾਈ ਪ੍ਰਤੱਖ ਹੋਏ, ਰੋਟੀ ਖਾਏ, ਸ਼ਾਹੇ ਮੋਹ ਲਾਵੇ, ਭੋਲਾ ਭਾਉ ਗੋਬਿੰਦ ਮਿਲਾਵੇ। ਬਾਰ 10ਵੀਂ ਪੌੜੀ 12ਵੀਂ। ਪ੍ਰਭੂ ਜੀ ਦੇ ਦਰਸ਼ਨ ਪ੍ਰਾਪਤ ਕਰਕੇ ਭਗਤ ਧੰਨਾ ਜੀ ਦੀ ਦ੍ਰਿੜਤਾ ਨੂੰ ਹੋਰ ਵੀ 4 ਚੰਨ ਲੱਗ ਗਏ। ਪਹਿਲਾਂ ਨਾਲੋਂ ਵੀ ਦੂਣੀ ਚੌਣੀ ਸ਼ਰਧਾ ਪਰਮੇਸ਼ਰ ਤੇ ਪਰਪੱਕ ਹੋ ਗਈ। ਆਪ ਜੀ ਨੇ ਆਪਣਾ ਸਾਰਾ ਜੀਵਨ ਪਰਮੇਸ਼ਰ ਪਰਾਇਣ ਕਰ ਦਿੱਤਾ। ਕਿਰਤ ਬਿਰਤ ਕਰਦਿਆਂ ਕੋਈ ਵੀ ਸੰਸਾਰਕ ਲੋੜ ਆਪ ਨੂੰ ਵਿਆਪਦੀ, ਜਿਵੇਂ ਇੱਕ ਬੱਚਾ ਆਪਣੇ ਮਾਂ-ਬਾਪ ਦੇ ਪਾਸ ਹਰ ਲੋੜ ਦੀ ਪੂਰਤੀ ਲਈ ਬੇਝਿਜਕ ਹੋ ਕੇ ਪੁਕਾਰ ਕਰਦਾ ਹੈ। ਭਗਤ ਧੰਨਾ ਜੀ ਦਾ ਇਹੋ ਜਿਹਾ ਪਿਆਰ ਆਪਣੇ ਪ੍ਰਭੂ ਠਾਕਰ ਦੇ ਨਾਲ ਬਣ ਗਿਆ। ਅਸੀਂ ਤਾਂ ਨਿਰਾਪੁਰਾ ਪੜ੍ਹ ਹੀ ਛੱਡਦੇ ਹਾਂ, ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਪਰ ਭਗਤ ਧੰਨਾ ਜੀ ਨੇ ਸੱਚਮੁੱਚ ਦ੍ਰਿੜਤਾ ਭਰੋਸੇ ਦੇ ਨਾਲ ਪਰਮੇਸ਼ਰ ਜੀ ਨੂੰ ਆਪਣਾ ਮਾਤਾ ਪਿਤਾ ਬਣਾ ਲਿਆ। ਜਿਵੇਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਫਰਮਾਨ ਕੀਤਾ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ ਮੈਂ, ਤੂੰ ਮੇਰਾ ਭਰਾਤਾ। ਮਾਝ ਮਹੱਲਾ 5ਵਾਂ, ਅੰਗ 103। ਨਿਰਾ ਮਾਤਾ ਪਿਤਾ ਮਨ ਹੀ ਨਹੀਂ ਲਿਆ। ਲੋੜ ਪੈਣ ਤੇ ਭਗਤ ਜੀ ਨੇ ਆਪਣੇ ਠਾਕੁਰ ਅੱਗੇ ਆਪਣੀਆਂ ਸਾਰੀਆਂ ਲੋੜਾਂ ਦੀ ਜਿਹੜੀ ਹੈ ਲਿਸਟ ਜਿਹੜੀ ਹੈ ਬੇਝਿਜਕ ਰੱਖ ਦਿੱਤੀ, ਜਿਸ ਨੂੰ ਪ੍ਰਮਾਤਮਾ ਨੇ ਪੂਰੇ ਵੀ ਕੀਤਾ। ਕਿਵੇਂ ਪਿਆਰ ਦੇ ਵਿੱਚ ਭਿੱਜ ਕੇ ਆਪਣੇ ਮਾਲਕ ਪ੍ਰਭੂ ਪਾਸੋਂ ਸੰਸਾਰ ਦੀਆਂ ਲੋੜਾਂ ਦੀ ਪੂਰਤੀ ਦੀ ਭਗਤ ਧੰਨਾ ਜੀ ਨੇ ਮੰਗ ਕੀਤੀ। ਤੇ ਆਓ ਸੁਣਦੇ ਹਾਂ ਇਹੀ ਸ਼ਬਦ, ਗੋਪਾਲ ਤੇਰਾ ਆਰਤਾ। ਤੰਨਾ ਗੋਪਾਲ ਤੇਰਾ ਆਰਤਾ, ਗੋਪਾਲ ਤੇਰਾ ਆਰਤਾ। ਜੋ ਜਨ ਤੁਮਰੀ ਭਗਤ ਕਰਮ ਤੇ, ਜੋ ਜਨ ਤੁਮਰੀ ਭਗਤ ਕਰਮ ਤੇ, ਤੀਨ ਕੇ ਕਾਜ
ਹਾਂਜੀ, ਇਹ ਸਨ ਪ੍ਰੋਫੈਸਰ ਸੁਰਿੰਦਰ ਸਿੰਘ ਜੀ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਤੇ ਉਹਨਾਂ ਦੇ ਸਾਥੀਆਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਹੈ, ਜਿਹੜਾ ਕਿ ਉਚਾਰਨ ਕੀਤਾ ਸੀ ਭਗਤ ਧੰਨਾ ਜੀ ਨੇ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 695 ਅੰਗ ਤੇ ਇਹ ਜਿਹੜਾ ਸ਼ਬਦ ਸੁਸ਼ੋਭਿਤ ਹੈ। ਤੇ ਆਓ ਇਸ ਦੇ ਜਿਹੜੇ ਅੱਖਰੀ ਅਰਥ ਨੇ ਉਹ ਆਪ ਜੀ ਦੇ ਨਾਲ ਸਾਂਝੇ ਕਰ ਲਈਏ। ਇਹਦੇ ਵਿੱਚ ਇੱਕ ਗੱਲ ਜਿਹੜੀ ਹੈ ਧਿਆਨ ਮੰਗਦੀ ਹੈ ਕਿ ਜਿਹੜਾ ਜੇਕਰ ਸਾਨੂੰ ਕੋਈ ਜ਼ਰੂਰਤ ਹੈ ਉਸ ਪਰਮਾਤਮਾ ਤੋਂ ਮੰਗਣਾ ਕੋਈ ਮਾੜੀ ਗੱਲ ਨਹੀਂ, ਭਾਵੇਂ ਪਰਮਾਤਮਾ ਆਪ ਹੀ ਸਭ ਕੁਝ ਦੇ ਰਿਹਾ ਹੈ, ਤੇ ਜਿਹੜੀਆਂ ਬਿਲਕੁਲ ਜ਼ਰੂਰਤਾਂ ਨੇ ਉਹ ਹੀ ਭਗਤ ਜੀ ਨੇ ਮੰਗੀਆਂ ਨੇ। ਤੇ ਸ਼ਬਦ ਸ਼ੁਰੂ ਹੁੰਦਾ ਹੈ ਧੰਨਾ, ਭਗਤ ਧੰਨਾ ਜੀ ਦਾ ਨਾਂ ਸਤਿਗੁਰੂ ਜੀ ਨੇ ਲਿਖਿਆ ਹੈ, ਤੇ ਉਸ ਦੇ ਅੱਗੇ ਹੈ ਗੋਪਾਲ ਤੇਰਾ ਆਰਤਾ, ਹੇ ਪ੍ਰਿਥਵੀ ਦੇ ਪਾਲਣ ਵਾਲੇ ਪ੍ਰਭੂ, ਮੈਂ ਤੇਰੇ ਦਰ ਦਾ ਮੰਗਤਾ ਹਾਂ, ਮੇਰੀਆਂ ਲੋੜਾਂ ਪੂਰੀਆਂ ਕਰ। ਆਰਤਾ ਦਾ ਭਾਵ ਹੈ ਮੰਗਤਾ, ਜਿਹੜਾ ਮੰਗ ਰਿਹਾ ਹੈ। O Lord of the world, this is your lamplit worship service. ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ ਰਹਾਓ। ਜੋ ਮਨੁੱਖ ਤੇਰੀ ਭਗਤੀ ਕਰਦੇ ਨੇ ਤੂੰ ਉਹਨਾਂ ਦੇ ਕੰਮ ਸਿਰੇ ਚਾੜਦਾ ਹੈ। ਤੇ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਅੱਗੇ, You are the arranger of the affairs of those humble beings who perform your devotional worship service. Pause. ਤੇ ਹੁਣ ਜਿਹੜਾ ਹੈ ਭਗਤ ਜੀ ਅੱਗੇ ਜਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਉਹਨਾਂ ਦਾ ਜ਼ਿਕਰ ਕਰ ਰਹੇ ਨੇ। ਦਾਲ ਸੀਧਾ ਮੰਗੋ ਘਿਓ, ਮੈਂ ਤੇਰੇ ਦਰ ਤੋਂ ਦਾਲ, ਆਟਾ ਤੇ ਘਿਓ ਮੰਗਦਾ। Lentils, flour and ghee, these things I beg of you. ਹਮਰਾ ਖੁਸ਼ੀ ਕਰੈ ਨਿਤ ਜੀਓ, ਤਾਂ ਕਿ ਮੇਰੀ ਜਿਹੜੀ ਜਿੰਦ ਹੈ ਇਸ ਨੂੰ ਸੁਖ ਹੋ ਮਿਲੇ। My mind shall ever be pleased. ਇਹ ਜਿਹੜੀਆਂ ਚੀਜ਼ਾਂ ਸਾਨੂੰ ਚਾਹੀਦੀਆਂ ਨੇ, ਕਿਉਂਕਿ ਬੰਦਾ ਜੇ ਭੁੱਖਾ ਹੋਵੇਗਾ ਤੇ ਉਹਦਾ ਮਨ ਜਿਹੜਾ ਹੈ ਉਹ ਸ਼ਾਂਤ ਨਹੀਂ ਹੋ ਸਕਦਾ। ਅੱਗੇ ਆਪ ਜੀ ਬੇਨਤੀ ਕਰਦੇ ਨੇ, ਪਨੀਆਂ ਸ਼ਾਦਨ ਅਨੇਕਾ, ਜੁੱਤੀ ਪਨੀਆਂ ਹੁੰਦੀ ਹੈ, ਸ਼ਾਦਨ ਕੱਪੜਾ, ਨੀਕਾ ਭਾਵ ਕੇ ਸੋਹਣਾ, ਸ਼ੂਜ਼ ਐਂਡ ਫਾਈਨ ਕਲੋਥਸ ਜਿਹੜੇ ਹੈ ਉਹ ਮੰਗਦੇ ਨੇ ਭਗਤ। ਅਨਾਜ ਮੰਗੋ ਸਤ ਸੀਕਾ, ਤੇ ਸੱਤਾਂ ਸੀਆਂ ਦਾ ਅੰਨ ਵੀ ਮੈਂ ਤੇਥੋਂ ਮੰਗਦਾ ਹਾਂ। ਤੇ ਇੱਕ ਜਗ੍ਹਾ ਹੋਰ ਵੀ ਮੈਂ ਅਰਥ ਦੇਖੇ ਨੇ, ਉਹ ਲਿਖਿਆ ਹੈ ਕਿ 7 ਵਾਰੀ ਵਾਹੇ ਹੋਏ ਖੇਤ ਦਾ ਅੰਨ, ਭਾਵ ਕਿ ਬਹੁਤ ਹੀ ਪ੍ਰੇਮ ਦੇ ਨਾਲ ਜਿਹੜੀ ਉਪਜ ਹੋਈ ਹੋਵੇ। ਤੇ ਇੱਕ ਥਾਂ ਤੇ ਉਹਨਾਂ ਨੇ ਜਿਹੜਾ ਹੈ ਇੰਗਲਿਸ਼ ਦੇ ਵਿੱਚ ਉਹਨੂੰ ਕਿਹਾ ਹੈ ਕਿ grain of 7 kinds I beg of you। ਤੇ ਇਹਦੇ ਅਰਥ ਜਿਹੜੇ ਨੇ, ਜਾਂ ਚੰਗੀ ਤਰ੍ਹਾਂ ਵਾਹੀ ਕਰਕੇ ਜਿਹੜਾ ਅੰਨ ਉਗਦਾ ਹੈ, ਜਿਹੜਾ ਕਿ ਰਿਸ਼ਟ ਪੁਸ਼ਟ ਰਹਿਣ ਦੇ ਲਈ ਜ਼ਰੂਰੀ ਹੁੰਦਾ ਹੈ, ਉਹ ਭਗਤ ਜੀ ਮੰਗਦੇ ਨੇ ਤੇ 7 ਤਰ੍ਹਾਂ ਦਾ ਅਨਾਜ ਮੰਗ ਰਹੇ ਨੇ। ਗਊ ਭੈਂਸ ਮੰਗੋ ਲਾਵੇਰੀ, ਹੇ ਗੋਪਾਲ ਮੈਂ ਗਾਂ ਮੈਂ ਲਵੇਰੀ ਵੀ ਤੇਤੋਂ ਮੰਗਦਾ ਹਾਂ। ਇਹ ਮਿਲਕ ਖਾਓ ਐਂਡ ਏ ਵਾਟਰ ਬਫਲੋ ਆਈ ਬੇਗ ਆਫ ਯੂ। ਇੱਕ ਤਾਜਨ ਤੁਰੀ ਚੰਗੇਰੀ, ਤੇ ਆਉਣ ਜਾਣ ਦੇ ਲਈ, ਸਫ਼ਰ ਕਰਨ ਦੇ ਲਈ ਉਸ ਸਮੇਂ ਦੇ ਉੱਤੇ ਘੋੜੀ ਦੀ ਜ਼ਰੂਰਤ ਹੁੰਦੀ ਸੀ, ਤੇ ਭਗਤ ਜੀ ਇੱਕ ਚੰਗੀ ਅਰਬੀ ਨਸਲ ਦੀ ਘੋੜੀ ਜਿਹੜੀ ਹੈ ਉਹ ਵੀ ਮੰਗਦੇ ਨੇ। ਐਂਡ ਏ ਫਾਈਨ ਟਰਕਨੀਜ਼ ਹਾਰਸ। ਘਰ ਕੀ ਗੀਹਨ ਚੰਗੀ, ਘਰ ਦੀ ਇੱਕ ਚੰਗੀ ਇਸਤਰੀ ਦੀ ਵੀ ਮੰਗ ਕਰਦਾ ਹਾਂ। ਏ ਗੁੱਡ ਵਾਈਫ ਟੂ ਕੇਅਰ ਫॉर ਮਾਈ ਹੋਮ। ਜਨ ਧੰਨਾ ਲੇਵੈ ਮੰਗੀ, ਤੇਰਾ ਦਾਸ ਧੰਨਾ ਤੇਰੇ ਪਾਸੋਂ ਮੰਗ ਰਿਹਾ ਹੈ ਪਰਮਾਤਮਾ। ਯੂਅਰ ਹੰਬਲ ਸਰਵੈਂਟ ਧੰਨਾ begs for these things Lord। ਸੋ ਇਹ ਤਾਂ ਸੀ ਜਿਹੜੀਆਂ ਉਹਨਾਂ ਨੇ ਮੰਗਾਂ ਕੀਤੀਆਂ, ਤੇ ਜਿਹੜੀਆਂ ਕਿ ਬਹੁਤ ਹੀ ਬੇਸਿਕ ਮੰਗਾਂ ਨੇ, ਕੋਈ ਲਾਲਚ ਵਾਲੀ ਗੱਲ ਨਹੀਂ ਹੈ। ਜਿੱਥੇ ਆਪ ਜੀ ਨੇ ਆਪਣੇ ਮਾਲਕ ਪ੍ਰਭੂ ਦੇ ਉੱਤੇ ਆਪ ਜੀ ਨੂੰ ਅਟਲ ਵਿਸ਼ਵਾਸ ਸੀ, ਉੱਥੇ ਪ੍ਰਭੂ ਵਿਸ਼ਵਾਸ ਨੂੰ ਦ੍ਰਿੜਤਾ ਕਰਾਉਣ ਹਿਤ ਸਾਨੂੰ ਸੰਸਾਰਕ ਜੀਵਾਂ ਨੂੰ 3 ਉਦਾਹਰਨਾਂ ਦੇ ਕੇ ਪ੍ਰਭੂ ਨੂੰ ਰੋਜੀ ਦਾਤਾ ਮੰਨ ਕੇ ਗੁਰੂ ਰਾਮਦਾਸ ਜੀ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਦ੍ਰਿੜ ਕਰਾਉਂਦੇ ਨੇ ਕਿ ਹੇ ਇਨਸਾਨ, ਨਾ ਕਰ ਚਿੰਤਾ, ਚਿੰਤਾ ਹੈ ਕਰਤੇ, ਹਰ ਦੇਵੈ ਜਲ ਥਲ ਜਨਤਾ ਸਭ ਤੈ, ਅਚਿੰਤ ਦਾਨ ਦਏ ਪ੍ਰਭ ਮੇਰਾ, ਵਿੱਚ ਪਾਥਰ ਕੀਟ ਪਖਾਣੀ ਹੈ। ਮਾਰੂ ਮਹੱਲਾ ਚੌਥਾ, ਅੰਗ 1070।
ਸੋ ਆਪ ਜੀ ਨੇ ਰਾਗ ਆਸਾ ਦੇ ਵਿੱਚ ਮਨ ਨੂੰ ਸੰਬੋਧਨ ਕਰਦੇ ਹੋਏ ਫਰਮਾਇਆ ਹੈ, ਹੇ ਮਨ, ਤੂੰ ਦਇਆਲ ਪ੍ਰਭੂ ਨੂੰ ਕਿਉਂ ਨਹੀਂ ਯਾਦ ਕਰਦਾ? ਉਸ ਤੋਂ ਬਿਨਾਂ ਹੋਰ ਦੂਸਰਾ ਕੋਈ ਹੈ ਹੀ ਨਹੀਂ। ਹੇ ਮਨ, ਜਿੰਨਾ ਮਰਜੀ ਖੰਡਾਂ ਬ੍ਰਹਿਮੰਡਾਂ ਤੱਕ ਵੀ ਭੱਜ ਨੱਸ ਕਰ ਲੈ, ਤੇਰੀ ਮਰਜ਼ੀ ਦੇ ਨਾਲ ਨਾ ਹੀ ਕੁਝ ਹੋਇਆ ਹੈ ਤੇ ਨਾ ਹੀ ਕੁਝ ਹੋਵੇਗਾ। ਜੋ ਕੁਝ ਕਰਤੇ ਪ੍ਰਭੂ ਨੂੰ ਭਾਵਦਾ ਹੈ ਉਹੀ ਹੀ ਹੋਵੇਗਾ। ਐਵੇਂ ਚਿੰਤਾ ਨਾ ਕਰ। ਵੇਖ, ਪ੍ਰਭੂ ਮਾਲਕ ਨੇ ਮਾਤਾ ਦੇ ਗਰਭ ਦੇ ਵਿੱਚ ਮਾਂ ਦੀ ਰਕਤ ਤੇ ਪਿਤਾ ਦੇ ਬਿੰਦ ਨੂੰ ਕਿਹੋ ਜਿਹਾ 10 ਦੁਆਰਾਂ ਵਾਲਾ ਸੁੰਦਰ ਸਰੀਰ ਬਣਾ ਦਿੱਤਾ। ਮਾਤਾ ਦੇ ਉਦਰ ਵਿੱਚ ਕੋਮਲ ਸਰੀਰ ਦੀ ਰੱਖਿਆ ਕੀਤੀ ਅਤੇ ਆਹਾਰ ਦਿੱਤਾ। ਤੇ ਹੋਰ ਵੇਖ, ਕੱਛੂ ਕੌਮੀ ਪਾਣੀ ਦੇ ਵਿੱਚ ਰਹਿੰਦੀ ਹੈ ਤੇ ਉਹਦਾ ਜਿਹੜਾ ਬੱਚਾ ਹੈ ਬਾਹਰ ਕੰਢੇ ਜਿਹੜੀ ਹੈ ਰੇਤਾ ਹੁੰਦੀ ਹੈ ਉੱਥੇ ਹੁੰਦਾ ਹੈ। ਕੱਛੂ ਕੌਮੀ ਦੇ ਨਾ ਹੀ ਖੰਭ ਲੱਗੇ ਹੁੰਦੇ ਨੇ ਜਿਨ੍ਹਾਂ ਦੇ ਨਾਲ ਉਹ ਉੱਡ ਕੇ ਚੋਗਾ ਲਿਆ ਕੇ ਆਪਣੇ ਬੱਚਿਆਂ ਦੀ ਪਾਲਣਾ ਕਰੇ। ਨਾ ਹੀ ਕੱਛੂ ਕੌਮੀ ਨੂੰ ਦੁੱਧ ਪਿਲਾਉਣ ਵਾਸਤੇ ਪ੍ਰਮਾਤਮਾ ਨੇ ਥਣ ਦਿੱਤੇ ਨੇ ਜਿਨ੍ਹਾਂ ਦੁਆਰਾ ਉਹ ਉਹਨਾਂ ਨੂੰ ਦੁੱਧ ਪਿਲਾ ਕੇ ਆਹਾਰ ਦੇ ਸਕੇ। ਪਰ ਵੇਖੋ ਸੁੰਦਰ ਪਾਲ ਪਰਮਾਨੰਦ ਪਰਮੇਸ਼ਰ ਕੱਛੂ ਕੌਮੀ ਦੇ ਬੱਚਿਆਂ ਦੀ ਵੀ ਪਾਲਣਾ ਕਰਦਾ ਹੈ। ਹੋਰ ਤਾਂ ਹੋਰ, ਉਹ ਤਾਂ ਪੱਥਰਾਂ ਦੇ ਵਿੱਚ ਜਿੱਥੇ ਕੋਈ ਸੁਰਾਖ ਵੀ ਨਹੀਂ, ਜਾਣ ਦਾ ਕੋਈ ਰਸਤਾ ਵੀ ਨਹੀਂ, ਉੱਥੇ ਪੱਥਰਾਂ ਦੇ ਵਿੱਚ ਸ਼ੱਕਰਖੋਰ ਕੀੜਿਆਂ ਦੀ ਵੀ ਪਾਲਣਾ ਕਰਦਾ ਹੈ। ਇਸ ਲਈ ਹੇ ਮਨੁੱਖ, ਤੂੰ ਐਵੇਂ ਰਿਜ਼ਕ ਦੀ ਖਾਤਰ ਹਰ ਸਮੇਂ ਡਰਦਾ ਰਹਿੰਦਾ ਹੈ। ਉਸ ਪ੍ਰਭੂ ਮਾਲਕ ਤੇ ਭਰੋਸਾ ਰੱਖਿਆ ਕਰ। ਕਿੰਨਾ ਵਿਸ਼ਵਾਸ ਸੀ ਆਪਣੇ ਮਾਲਕ ਰੋਜੀ ਦਹਿੰਦ ਉੱਤੇ। ਭਗਤ ਧੰਨਾ ਜੀ ਮਹਾਰਾਜ ਨੂੰ ਆਪ ਜੀ ਫਰਮਾਉਂਦੇ ਨੇ ਇਸ ਸ਼ਬਦ ਦੇ ਵਿੱਚ, ਆਸਾ ਧੰਨਾ ਜੀ, ਰੇ ਚਿਤ ਚੇਤਿਸ ਕੀ ਨਾ ਦਿਆਲ, ਦਮੋਦਰ ਬਿਵਹਿ ਨਾ ਜਾਣਸ ਕੋਈ। ਜੇ ਧਾਵੈ ਬ੍ਰਹਮੰਡ ਖੰਡ ਕੋ, ਕਰਤਾ ਕਰੈ ਸੋ ਹੋਈ। ਰਹਾਉ। ਜਨਨੀ ਕੇਰੇ ਉਦਰ ਉਦਕ ਮਹਿ, ਜਨਨੀ ਕੇਰੇ ਉਦਰ ਉਦਕ ਮਹਿ, ਪਿੰਡ ਕੀਆ 10 ਦੁਆਰਾ, ਦੇ ਆਹਾਰ ਅਗਨ ਮਹਿ ਰਾਖੈ, ਐਸਾ ਖਸਮ ਹਮਾਰਾ। ਕੁੰਮੀ ਜਲ ਮਹਿ ਤਨ ਤਿਸ ਬਾਹਰ, ਪੰਖ ਖੀਰ ਤਿਨ ਨਾਹੀ। ਪੂਰਨ ਪਰਮਾਨੰਦ ਮਨੋਹਰ, ਸਮਝ ਦੇਖ ਮਨ ਮਾਹੀ। ਪਾਖਣ ਕੀਟ ਗੁਪਤ ਹੋਏ ਰਹਿਤਾ, ਤਾਂ ਚੋ ਮਾਰਗ ਨਾਹੀ। ਕਹਿ ਧੰਨਾ ਪੂਰਨ ਤਾਹੂ ਕੋ, ਮਤ ਰੇ ਜੀ ਡਰਾਹੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 488 ਅੰਗ ਤੇ ਇਹ ਸ਼ਬਦ ਰਾਗ ਆਸਾ ਦੇ ਵਿੱਚ ਭਗਤ ਧੰਨਾ ਜੀ ਦਾ ਸ਼ਿਸ਼ੋਵਤ ਹੈ। ਤੇ ਭਗਤ ਧੰਨਾ ਜੀ ਮਹਾਰਾਜ ਨੇ ਜਿੱਥੇ ਆਪਣੀ ਆਤਮਿਕ ਅਵਸਥਾ ਦਾ ਜ਼ਿਕਰ ਕੀਤਾ ਹੈ ਉੱਥੇ ਜੀਵਾਂ ਨੂੰ ਤਨ ਮਨ ਤੇ ਧਨ ਦੀ ਨਾਸ਼ਵਾਨਤਾ ਵੀ ਦ੍ਰਿੜ ਕਰਵਾਈ ਹੈ ਕਿ ਤਨ ਵਿੰਸ ਜਾਂਦਾ ਹੈ, ਮਨ ਹਮੇਸ਼ਾ ਵਾਸ਼ਨਾ ਦੇ ਵਿੱਚ ਭਟਕਦਾ ਰਹਿੰਦਾ ਹੈ, ਜਿਸ ਕਰਕੇ ਇਹ ਥਿਰ ਨਹੀਂ ਹੁੰਦਾ ਤੇ ਧਨ ਵੀ ਸਦਾ ਟਿਕਦਾ ਨਹੀਂ, ਇਹ ਵੀ ਖਿੰਡ ਪੁੰਡ ਜਾਂਦਾ ਹੈ। ਮਨੁੱਖ ਧਨ ਪਦਾਰਥਾਂ ਦੇ ਲੋਭ ਲਾਲਚ ਤੇ ਮਾਇਆ ਦੇ 5 ਦੂਤਾਂ ਦੇ ਵੱਸ ਪੈ ਕੇ ਆਵਾਗਮਨ ਦੇ ਚੱਕਰ ਸਹੇੜ ਲੈਂਦਾ ਹੈ। ਪ੍ਰਭੂ ਦੇ ਪ੍ਰਭਾਵ ਕਰਕੇ ਮਾਇਆ ਦੇ ਪ੍ਰਭਾਵ ਕਰਕੇ ਵਿਸ਼ੇ ਵਿਕਾਰ ਜੋ ਜ਼ਹਿਰ ਸਮਾਨ ਹਨ ਉਹਨਾਂ ਨੂੰ ਮਿੱਠੇ ਜਾਣ ਕੇ ਉਹਨਾਂ ਵਿੱਚ ਫਸਿਆ ਰਹਿੰਦਾ ਹੈ। ਗੁਰੂ ਦੀ ਰਹਿਮਤ ਦੇ ਨਾਲ ਜਿਨ੍ਹਾਂ ਨੂੰ ਅਸਲੀਅਤ ਦਾ ਪਤਾ ਚੱਲ ਗਿਆ ਹੈ ਉਹਨਾਂ ਨੇ ਪ੍ਰੇਮਾ ਭਗਤੀ ਕਰਕੇ ਆਤਮਿਕ ਆਨੰਦ ਦੀ ਅਵਸਥਾ ਨੂੰ ਮਾਣਿਆ ਤੇ ਉਹਨਾਂ ਨੇ ਸਦੀਵੀ ਸੁਖ ਤੇ ਤ੍ਰਿਪਤੀ ਪ੍ਰਾਪਤ ਕਰ ਲਈ ਹੈ। ਉਹਨਾਂ ਗੁਰਮੁਖਾਂ ਦਾ ਜਨਮ ਮਰਨ ਦਾ ਚੱਕਰ ਵੀ ਖਤਮ ਹੋ ਜਾਂਦਾ ਹੈ। ਆਪ ਜੀ ਆਖਰੀ ਪੰਕਤੀ ਦੇ ਵਿੱਚ ਫਰਮਾਉਂਦੇ ਨੇ, ਮੈਂ ਧੰਨੇ ਨੇ ਸੰਤਾਂ ਦੀ ਸੰਗਤ ਕਰਕੇ ਧਰਤੀ ਨੂੰ ਆਸਰਾ ਦੇਣ ਵਾਲੇ ਪ੍ਰਭੂ ਦਾ ਨਾਮ ਧਨ ਪ੍ਰਾਪਤ ਕਰ ਲਿਆ ਹੈ। ਹੇ ਜਗਿਆਸੂ ਜਨੋ, ਗਵਨ ਦੇ ਚੱਕਰ ਤੇ ਗੇੜ ਤੋਂ ਬਚਣ ਦੇ ਲਈ ਤੁਸੀਂ ਇਸ ਮਾਰਗ ਤੇ ਚੱਲੋ। ਤੇ ਆਪ ਜੀ ਇਸ ਤਰ੍ਹਾਂ ਫਰਮਾਨ ਕਰਦੇ ਨੇ। ਇਹੋ ਸ਼ਬਦ ਜਿਹੜਾ ਹੈ ਇਹ 487 ਅੰਗ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸ਼ਿਸ਼ੋਭਤ ਹੈ। ਆਸਾ ਧੰਨਾ ਜੀ, ਭ੍ਰਮਤ ਫਿਰਤ ਬਹੁਤ ਜਨਮ ਬਿਲਾਨੇ, ਤਨ ਮਨ ਧਨ ਨਹੀਂ ਧੀਰੇ। ਲਾਲਚ ਬਿਖ ਕਾਮ ਲੁਭਤ ਰਾਤਾ, ਮਨ ਬਿਸਰੇ ਪ੍ਰਭੁ ਹੀਰੇ। ਰਹਾਉ। ਬਿਖ ਫਲ ਮੀਠ ਲੱਗੇ ਮਨ ਬੌਰੇ,
चार विचार न जानिया। गुण ते प्रीत बड़ी अनभांति, जन्म मरण फिर तानिया। जुगत जान नहीं हृदय निवासी, जलत जाल जम फंद परे। बिख फल संच भरे मन ऐसे, परम पुरख प्रभ मन बिसरे। ज्ञान प्रवेश गुर है धन दिया, ध्यान मान मन एक मय। प्रेम भगत मानी सुख जानिया, तृप्त अगाने मुक्त भय। जोत समाए समानी जाकै, अछली प्रभ पहचानिया। धन्ने धन पाया धरणी धर, मिल जन संत समानिया। जिथे धन्ने धन धरणी धर, जिथे धन्ने धन पाया धरणी धर दी दात ਆਪ ਨੂੰ ਪ੍ਰਾਪਤ ਹੋਈ, ਉੱਥੇ ਇਸ ਧਰਣੀ ਧਰ ਦੇ ਨਾਮ ਧਨ ਨੂੰ ਵੰਡਣ ਵਾਸਤੇ ਆਪ ਜੀ ਨੇ ਦੇਸ਼ ਰਟਨ ਵੀ ਕੀਤਾ। ਇਸੇ ਮੰਤਵ ਨੂੰ ਲੈ ਕੇ ਆਪ ਜੀ ਨੇ ਪੰਜਾਬ ਦੇ ਵਿੱਚ ਵੀ ਜਿਹੜੇ ਚਰਨ ਪਾਏ। ਪਿੰਡ ਪੁਰ ਹੀਰਾ, ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਭਗਤ ਧੰਨਾ ਜੀ ਦਾ ਸੁੰਦਰ ਅਸਥਾਨ ਹੈ। ਇੱਥੇ ਦੇ ਪੁਜਾਰੀ ਤਾਂ ਆਪ ਜੀ ਦਾ ਜਨਮ ਅਸਥਾਨ ਵੀ ਪੁਰ ਹੀਰਾ ਨੂੰ ਹੀ ਮੰਨਦੇ ਨੇ। ਭਗਤ ਧੰਨਾ ਜੀ ਪ੍ਰਭੂ ਦੇ ਭੋਲੇ ਨਿਰਛਲ ਲਾਡਲੇ ਭਗਤ ਸਨ। ਆਪ ਜੀ ਨੇ ਪ੍ਰਭੂ ਭਗਤੀ ਦਾ ਢੰਡੋਰਾ ਬੇਖੌਫ ਹੋ ਕੇ ਸਾਰੇ ਸੰਸਾਰ ਵਿੱਚ ਫੇਰਿਆ। ਆਪ ਜੀ 60 ਸਾਲ ਦੀ ਆਯੂ ਦੇ ਵਿੱਚ ਜਿਹੜਾ ਹੈ ਆਪ ਜੀ 1475 ਈਸਵੀ ਨੂੰ ਪ੍ਰਭੂ ਦੇ ਵਿੱਚ ਲੀਨ ਹੋ ਗਏ। ਸਰੀਰ ਵੀ ਆਪਣਾ ਜਿਹੜਾ ਹੈ ਉਹ ਉਸ ਪ੍ਰਭੂ ਦੇ ਵਿੱਚ ਲੀਨ ਕਰ ਦਿੱਤਾ। ਆਪ ਜੀ ਵਰਗੇ ਮਹਾਂਪੁਰਖਾਂ ਭਗਤਾਂ ਪ੍ਰਤੀ ਹੀ ਸਤਿਗੁਰੂ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰਬਾਣੀ ਵਿੱਚ ਵਚਨ ਉਚਾਰਨ ਕੀਤੇ ਨੇ। ਸਫਲ ਜਨਮ ਹਰ ਜਨ ਕਾ ਉਪਜਿਆ, ਜਿਨ ਕੀਨੋ ਸੌਤ ਵਿਧਾਤਾ। ਸਗਲ ਸਮੂਹ ਲੈ ਉਤਰੇ ਨਾਨਕ, ਪੂਰਨ ਬ੍ਰਹਮ ਪਛਾਤਾ। ਦੇਵ ਗੰਧਾਰੀ ਮਹੱਲਾ ਪੰਜਵਾ, ਅੰਗ 532। ਸੋ ਇਹ ਤਾਂ ਸਨ ਕੁਝ ਸ਼ਬਦ ਜਿਹੜੇ ਕਿ ਭਗਤ ਧੰਨਾ ਜੀ ਮਹਾਰਾਜ ਉਹਨਾਂ ਦੀ ਬਾਣੀ ਤੇ ਉਹਨਾਂ ਦੇ ਜੀਵਨ ਦੇ ਨਾਲ ਸੰਬੰਧਿਤ। ਆਓ ਇੱਕ ਸ਼ਬਦ ਸਰਵਣ ਕਰਦੇ ਹਾਂ ਤੇ ਉਸ ਤੋਂ ਅੱਗੇ ਜਿੰਨਾ ਵੀ ਸਮਾਂ ਹੋਇਆ, ਜਿੰਨੀ ਵੀ ਸੇਵਾ ਆਪ ਦੇ ਕਰ ਸਕੇ ਕਰਾਂਗੇ। सेवा थोरी मांगन बहुता, सेवा थोरी मांगन बहुता। महल न पाए कह तो बहुता, सेवा थोरी मांगन बहुता। सेवा थोरी मांगन बहुता, महल न पावे कह तो बहुता। सेवा थोरी मांगन बहुता, सेवा थोरी मांगन बहुता। महल न पावे कह तो बहुता, सेवा थोरी मांगन बहुता। जो प्रमाण दिन की रीसा, कूड़े मूर्ख की हाठी सा। जो प्रमाण दिन की रीसा, कूड़े मूर्ख की हाठी सा। सेवा थोरी मांगन बहुता, सेवा थोरी मांगन बहुता। महल न पावे कह तो बहुता, सेवा थोरी मांगन बहुता।
ਭੇਖ ਦਿਖਾਵੇ ਸੱਚ ਨਾ ਕਮਾਵੇ ਕਹਿ ਤੋ ਮਹਿਲੀ ਨਿਕਟ ਨਾ ਆਵੇ ਸੇਵਾ ਥੋਰੀ ਮੰਗਨ ਬਹੁਤਾ ਸੇਵਾ ਥੋਰੀ ਮੰਗਨ ਬਹੁਤਾ ਮਹਿਲ ਨ ਪਾਵੇ ਕਹਿ ਤੋ ਬਹੁਤਾ ਸੇਵਾ ਥੋਰੀ ਮੰਗਨ ਬਹੁਤਾ ਸੇਵਾ ਥੋਰੀ ਮੰਗਨ ਬਹੁਤਾ ਮਹਿਲ ਨ ਪਾਵੇ ਕਹਿ ਤੋ ਬਹੁਤਾ ਸੇਵਾ ਥੋਰੀ ਮੰਗਨ ਬਹੁਤਾ। अतीत सदाए माया का माता मन नहीं प्रीत कहे मुख राता अतीत सदाए माया का माता मन नहीं प्रीत कहे मुख राता सेवा थोरी मंगन बहुता सेवा थोरी मंगन बहुता महल न पावे कहे तो बहुता सेवा थोरी मंगन बहुता। कहो नानक प्रभु बिनु सुनीजै कुचल कठोर कामी मुक्त कीजै कहो नानक प्रभु बिनु सुनीजै कुचल कठोर कामी मुक्त कीजै सेवा थोरी मंगन बहुता सेवा थोरी मंगन बहुता महल न पावे कहे तो बहुता सेवा थोरी मंगन बहुता सेवा थोरी मंगन बहुता महल न पावे कहे तो बहुता सेवा थोरी मंगन बहुता। दर्शन देखे की वड्याई तुम सुख दाते पुरख सुभाई दर्शन देखे की वड्याई तुम सुख दाते पुरख सुभाई रहा दूजा सेवा थोरी मंगन बहुता सेवा थोरी मंगन बहुता महल न पावे कहे तो बहुता सेवा थोरी मंगन बहुता सेवा थोरी मंगन बहुता महल न पावे कहे तो बहुता सेवा थोरी मंगन बहुता सेवा थोरी मंगन बहुता सेवा थोरी
ਹਾਂਜੀ, ਇਹ ਸਨ ਭਾਈ ਨਿਰੰਜਨ ਸਿੰਘ ਜੀ ਜਵਾਦੀ ਕਲਾਂ ਵਾਲੇ ਹਨ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਤੇ ਗੁਰੂ ਸਾਹਿਬਾਨ ਨੇ, ਭਗਤ ਸਾਹਿਬਾਨ ਨੇ ਜੋ ਕੁਛ ਬਾਣੀ ਦੇ ਵਿੱਚ ਕਿਹਾ ਉਸ ਨੂੰ ਜੀਵ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਤੇ ਅਪਲਾਈ ਕਰਕੇ ਉਸ ਤਰ੍ਹਾਂ ਜ਼ਿੰਦਗੀ ਜੀਵ ਕੇ ਸਾਨੂੰ ਦਿਖਾਇਆ ਹੈ। ਤੇ ਇਸੇ ਤਰ੍ਹਾਂ ਹੀ ਅਸੀਂ ਜਿਵੇਂ ਕਿ ਭਗਤ ਧੰਨਾ ਜੀ ਦੀ ਜ਼ਿੰਦਗੀ ਵੱਲ ਦੇਖਦੇ ਹਾਂ ਕਿ ਉਹ ਕਿਵੇਂ ਕਿਰਤ ਕਰਕੇ ਆਪਣਾ ਜਿਹੜਾ ਹੈ ਨਿਰਵਾਹ ਕਰਦੇ ਨੇ, ਤੇ ਜੇ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਹੈ ਤੇ ਉਹ ਬਾਣੀ ਦੇ ਵਿੱਚ ਕਿਵੇਂ ਜਿਹੜੀਆਂ ਬੇਸਿਕ ਜਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਜ਼ਿੰਦਗੀ ਦੇ ਲਈ ਉਹ ਹੀ ਮੰਗਦੇ ਨੇ। ਤੇ ਕਿਰਤ ਦੇ ਬਾਰੇ ਕੁਝ ਕੁ ਜਿਹੜੇ ਵਿਚਾਰ ਨੇ ਸਾਧੂ ਸਿੰਘ ਗੋਬਿੰਦਪੁਰੀ ਜੀ ਨੇ ਲਿਖੇ ਨੇ, ਆਓ ਆਪ ਜੀ ਦੇ ਨਾਲ ਸਾਂਝੇ ਕਰਦੇ ਹਾਂ। ਆਪ ਲਿਖਦੇ ਨੇ ਕਿ ਨਾਮ ਜਪਣਾ, ਕਿਰਤ ਕਰਨੀ ਤੇ ਵੰਡ ਛਕਣਾ ਗੁਰਮਤਿ ਦੇ ਮੁੱਢਲੇ 3 ਪ੍ਰਮੁੱਖ ਸਿਧਾਂਤ ਨੇ। ਇਸ ਪ੍ਰਕਾਰ ਨਿਸ਼ਚੇ ਹੀ ਕਿਰਤ ਨੂੰ ਗੁਰਮਤਿ ਦੇ ਵਿੱਚ ਇੱਕ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਕਿਰਤ ਜਾਂ ਸੋ ਕਿਰਤ ਤੋਂ ਭਾਵ ਹੈ ਉਪਜੀਵਕਾ ਦੇ ਲਈ ਨੇਕ ਕਮਾਈ ਕਰਨੀ, ਜਿਸ ਨੂੰ ਆਮ ਤੌਰ ਤੇ ਧਰਮ ਦੀ ਕਮਾਈ ਜਾਂ 10 ਨੋਹਾਂ ਦੀ ਕਮਾਈ ਵੀ ਕਿਹਾ ਜਾਂਦਾ ਹੈ। ਫਿਰ ਇਸ ਤਰ੍ਹਾਂ ਕੀਤੀ ਹੋਈ ਕਮਾਈ ਦੇ ਨਾਲ ਆਪਣਾ ਤੇ ਆਪਣੇ ਪਰਿਵਾਰ ਦਾ ਨਿਰਵਾਹ ਕਰਨਾ। ਕਿਸੇ ਦਾ ਹੱਕ ਮਾਰ ਕੇ ਜ਼ੋਰ ਜ਼ਬਰ ਦੁਆਰਾ ਕੀਤੀ ਕਮਾਈ ਸਦਾ ਕਦੀ ਵੀ ਕਿਰਤ ਦੀ ਕਮਾਈ ਨਹੀਂ ਹੋ ਸਕਦੀ। ਕਿਰਤ ਕਰਨ ਵਾਲੇ ਵਿਅਕਤੀ ਦੇ ਮਨ ਦੇ ਵਿੱਚ ਸਦਾ ਸ਼ਾਂਤੀ, ਖੁਸ਼ੀ ਤੇ ਖੇੜਾ ਬਣਿਆ ਰਹਿੰਦਾ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਭਾਵੇਂ ਕਿਰਸਾਣੀ ਕੁਲ ਦੇ ਵਿੱਚੋਂ ਨਹੀਂ ਸਨ, ਫਿਰ ਵੀ ਉਹਨਾਂ ਨੇ ਦੇਸ਼ ਦੇਸ਼ਾਂਤਰਾਂ ਦੇ ਰਟਨ ਕਰਨ ਤੋਂ ਬਾਅਦ ਆਪਣੇ ਅੰਤਰੇ ਸਾਲਾਂ ਦੇ ਵਿੱਚ ਹੱਥੀਂ ਵਾਹੀ ਕੀਤੀ, ਹਲ ਵਾਹਿਆ ਤੇ ਇਸ ਤੋਂ ਉਪਜੀਵਕਾ ਮਿਲਦੀ, ਜੋ ਵੀ ਉਸ ਨੂੰ ਲੰਗਰ ਦੇ ਵਿੱਚ ਵਰਤ ਦਿੰਦੇ, ਲੋੜਵੰਦਾਂ ਨੂੰ ਵੰਡ ਦਿੰਦੇ। ਆਪ ਜੀ ਦਾ ਆਸ਼ਾ ਸੀ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਭਾਵ ਜਿਹੜੇ ਮਨੁੱਖ ਧਰਮ ਜਾਂ ਕਿਰਤ ਕਮਾਈ ਕਰਦੇ ਨੇ ਤੇ ਫਿਰ ਉਸ 10 ਨੋਹਾਂ ਦੀ ਕੀਤੀ ਹੋਈ ਕਮਾਈ ਦੇ ਵਿੱਚੋਂ ਲੋੜਵੰਦਾਂ ਨੂੰ ਦਿੰਦੇ ਨੇ, ਅਜਿਹੇ ਪ੍ਰਾਣੀ ਹੀ ਜੀਵਨ ਦੇ ਅਸਲੀ ਮਾਰਗ ਨੂੰ ਪਛਾਣਦੇ ਨੇ। ਸੱਚੀ ਤੇ ਸੁੱਚੀ ਕਮਾਈ ਹੀ ਦਰਗਾਹ ਕਬੂਲ ਹੁੰਦੀ ਹੈ। ਸਤਿਗੁਰੂ ਜੀ ਆਸਾ ਦੀ ਬਾਰ ਦੇ ਵਿੱਚ ਫਰਮਾਉਂਦੇ ਨੇ, ਨਾਨਕ ਅੱਗੇ ਸੋ ਮਿਲੈ, ਜੇ ਖੱਟੇ ਘਾਲੇ ਦੇ। ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਵੀ ਆਪਣੇ ਹੱਥੀਂ ਮਿਹਨਤ ਕਰਦੇ ਸਨ। ਮੁੰਜ ਆਦਿ ਵੱਢ ਕੇ ਕੀਤੀ ਕਮਾਈ ਦੇ ਵਿੱਚੋਂ ਹੀ ਪ੍ਰਸ਼ਾਦਾ ਛਕਦੇ ਸਨ। ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਖੇਤੀ ਤੇ ਵਣਜ ਵਪਾਰ ਕੀਤਾ ਤੇ ਭਾਈ ਜੇਠਾ ਜੀ ਜਿਹੜੇ ਕਿ ਬਾਅਦ ਦੇ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਬਣੇ, ਘੁੰਗਣੀਆਂ ਵੇਚ ਕੇ ਜੀਵਨ ਨਿਰਵਾਹ ਕਰਦੇ ਰਹੇ। ਕਿਰਤ ਸੇਵਾ ਤੇ ਨਾਮ ਸਿਮਰਨ ਦੁਆਰਾ ਗੁਰੂ ਘਰ ਦੇ ਵਿੱਚ ਪ੍ਰਵਾਨ ਹੋਏ ਤੇ ਗੁਰੂ ਰਾਮਦਾਸ ਜੀ ਬਣੇ। ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਘਾਈ ਵੱਲੋਂ ਆਪਣੀ ਕਿਰਤ ਕਮਾਈ ਦੇ ਵਿੱਚੋਂ ਭੇਟ ਕੀਤੀ ਕੌਡੀ ਨੂੰ ਉੱਤਮ ਭੇਟ ਸਮਝ ਕੇ ਉਸ ਨੂੰ ਗਲਵੱਕੜੀ ਵਿੱਚ ਲੈ ਕੇ ਕਿਹਾ ਕਿ ਗੁਰਮੁਖਾ, ਕਿਰਤ ਕਮਾਈ ਦੇ ਨਾਲ ਹੀ ਸਿੱਖਾਂ ਦੇ ਵਿੱਚ ਮਨੋਬਲ ਤੇ ਸ਼ਾਂਤੀ ਆਵੇਗੀ, ਆਤਮਾ ਸ਼ੁੱਧ ਤੇ ਬਲਵਾਨ ਹੋਵੇਗੀ। ਉਹ ਕਿਸੇ ਦੇ ਅਧੀਨ ਨਹੀਂ ਰਹਿਣਗੇ ਤੇ ਦਾਤੇ ਬਣਨਗੇ ਤੇ ਭੁੱਖਿਆਂ ਦਾ ਪੇਟ ਭਰਨਗੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਅਜਿਹੇ ਸਿੱਖ ਕੋਲੋਂ ਪਾਣੀ ਪੀਣਾ ਸਵੀਕਾਰ ਨਹੀਂ ਸੀ ਕੀਤਾ ਜਿਸ ਨੇ ਕਦੀ ਹੱਥੀਂ ਕਾਰ ਨਹੀਂ ਸੀ ਕੀਤੀ। ਦੇਸ਼ ਦੇ ਸਮਾਜਿਕ ਢਾਂਚੇ ਨੂੰ ਵਿਕਸਿਤ ਤੇ ਪ੍ਰਫੁੱਲਤ ਕਰਨ ਦੇ ਵਿੱਚ ਕਿਰਤ ਬਹੁਤ ਵੱਡਾ ਯੋਗਦਾਨ ਪਾਉਂਦੀ ਹੈ। ਵਿਹਲੜਾਂ ਤੇ ਨਕੰਮਿਆਂ ਦੇ ਨਾਲ ਸਮਾਜ ਨੂੰ ਢਾਹ ਲੱਗਦੀ ਹੈ। ਆਮ ਇਹ ਕਹਾਵਤ ਵੀ ਹੈ, ਵਿਹਲਾ ਮਨ ਸ਼ੈਤਾਨ ਦਾ ਘਰ। ਗੁਰਮਤਿ ਅਨੁਸਾਰ ਕਿਰਤ ਦਾ ਇਹ ਸਿਧਾਂਤ ਸੰਤਾਂ, ਫਕੀਰਾਂ, ਸਿੱਧਾਂ, ਜੋਗੀਆਂ ਆਦਿ ਦੇ ਲਈ ਇੱਕ ਵੰਗਾਰ ਸੀ, ਜੋ ਜੰਗਲਾਂ ਦੇ ਵਿੱਚ ਛੁਪ ਕੇ ਨਾਮ ਤਾਂ ਜਪਦੇ ਸਨ ਪਰ ਸਮਾਜ ਦਾ ਕੁਝ ਨਹੀਂ ਸੀ ਸਵਾਰਦੇ। ਸਮਾਜ ਨੂੰ ਉਹਨਾਂ ਦਾ ਕੋਈ ਲਾਭ ਜਾਂ ਫਾਇਦਾ ਨਹੀਂ ਸੀ ਹੁੰਦਾ। ਇੱਥੋਂ ਤੱਕ ਕਿ ਪੇਟ ਦੀ ਭੁੱਖ ਮਿਟਾਉਣ ਦੇ ਲਈ ਉਹਨਾਂ ਨੂੰ ਗ੍ਰਸਤੀਆਂ ਤੇ ਕਿਰਤੀਆਂ ਦੇ ਦਰ ਤੇ ਆ ਕੇ ਹੀ ਮੰਗਣਾ ਪੈਂਦਾ ਸੀ। ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਹੋਏ ਅਤੀਤ ਗ੍ਰਹਿਸਤ ਤਜ, ਫਿਰ ਉਹਨੂੰ ਕਹਿ ਘਰ ਮੰਗਣ ਜਾਈ। ਭਗਤ ਨਾਮਦੇਵ ਜੀ ਹੱਥੀਂ ਕਿਰਤ ਕਮਾਈ ਕਰਕੇ ਜੀਵਨ ਨਿਰਵਾਹ ਕਰਦੇ ਸਨ। ਆਪ ਜੀ ਦਾ ਨਿਸ਼ਚਾ ਸੀ ਕਿ ਕੰਮ ਕਾਜ ਕਿਰਤ ਕਰਦਿਆਂ ਮਨ ਪ੍ਰਭੂ ਦੀ ਭਗਤੀ ਵਿੱਚ ਲੀਨ ਰਹਿ ਸਕਦਾ ਹੈ। ਹੱਥ ਕਾਰ ਵੱਲ ਤੇ ਚਿੱਤ ਕਰਤਾਰ ਵੱਲ। ਨਾਮਾ ਮਾਇਆ ਮੋਹਿਆ ਕਹੈ ਤਿਲੋਚਨ ਮੀਤ, ਕਾਹੇ ਛੀਪੋ ਛਾਏ ਲੈ ਰਾਮ ਨ ਲਾਵੋ ਚੀਤ।
ਨਾਮਾ ਕਹੈ ਤਲੋਚਨਾ, ਮੁਖ ਤੇ ਨਾਮ ਸੰਭਾਲ, ਹਾਥ ਪਾਉ ਕਰ ਕਾਮ ਸਭ, ਚੀਤ ਨਿਰੰਜਨ ਨਾਲ। ਸ਼ਲੋਕ ਭਗਤ ਕਬੀਰ ਜੀ ਕੇ ਦੇ ਵਿੱਚ ਇਹ ਜਿਹੜੀ ਹੈ ਬਾਣੀ ਦੇ ਵਿੱਚ ਭਗਤ ਕਬੀਰ ਜੀ ਨੇ ਜਿਹੜਾ ਹੈ ਭਗਤ ਨਾਮਦੇਵ ਜੀ ਤੇ ਭਗਤ ਤਰਲੋਚਨ ਜੀ ਦੀ ਜਿਹੜੀ ਵਾਰਤਾਲਾਪ ਉਹਨੂੰ ਇਹ ਸਾਡੇ ਲਈ ਰੱਖਿਆ ਹੈ ਸਾਂਭ ਕੇ। ਭਗਤ ਕਬੀਰ ਜੀ ਕੱਪੜਾ ਬੁਣ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਭਰਦੇ ਸਨ ਤੇ ਘਰ ਆਏ ਲੋੜਵੰਦਾਂ ਦੀਆਂ ਲੋੜਾਂ ਵੀ ਪੂਰੀਆਂ ਕਰਦੇ। ਇਸੇ ਤਰ੍ਹਾਂ ਭਗਤ ਰਵਿਦਾਸ ਜੀ ਜੁੱਤੀਆਂ ਸਿਉਂ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਜੀਵਨ ਨਿਰਵਾਹ ਕਰਦੇ ਰਹੇ। ਬੇਲੜ, ਮਖੱਟੂ ਤੇ ਮੰਗ ਖਾਣ ਵਾਲੇ ਬਨਵਾਸੀ, ਜੋਗੀ, ਸੰਨਿਆਸੀ, ਫਕੀਰ ਆਦਿ ਸਮਾਜ ਦਾ ਕੁਝ ਵੀ ਨਹੀਂ ਸਵਾਰਦੇ। ਗੁਰਬਾਣੀ ਇਸ ਨੂੰ ਨਹੀਂ ਕਬੂਲਦੀ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਾਰੰਗ ਕੀ ਵਾਰ ਮਹੱਲਾ ਚੌਥਾ ਦੇ ਵਿੱਚ ਬਚਨ ਕਰਦੇ ਨੇ, ਮਖੱਟੂ ਹੋਏ ਕੈ ਕੰਨ ਪੜਾਏ, ਫਕਰ ਕਰੈ ਹੋਰ ਜਾਤ ਗਵਾਏ, ਗੁਰ ਪੀਰ ਸਦਾਏ ਮੰਗਣ ਜਾਏ, ਤਾਕੈ ਮੂਲ ਨ ਲੱਗੀਐ ਪਾਏ। ਦੇਖੋ ਗੁਰੂ ਮਹਾਰਾਜ ਦਾ ਜਿਹੜਾ ਹੈ ਇਹੋ ਸਾਨੂੰ ਹੁਕਮ ਹੈ ਕਿ ਐਸੇ ਲੋਕ ਜਿਹੜੇ ਆਪਣੇ ਆਪ ਨੂੰ ਤਾਂ ਗੁਰੂ ਪੀਰ ਸਦਾਉਂਦੇ ਨੇ ਪਰ ਫਿਰ ਮੰਗਣ ਜਾਂਦੇ ਨੇ, ਐਸੇ ਲੋਕਾਂ ਦੇ ਪੈਰੀਂ ਪੈਣਾ ਨਹੀਂ ਚਾਹੀਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਭਾਈ ਲਾਲੋ ਜੀ ਦੀ ਰੁੱਖੀ ਸੁੱਖੀ ਦੇ ਵਿੱਚੋਂ ਸਬਰ, ਸ਼ੁਕਰ ਤੇ ਸੰਤੋਖ ਨਜ਼ਰ ਆਏ। ਉਸ ਦੀ ਕੋਧਰੇ ਦੀ ਰੋਟੀ ਦੇ ਵਿੱਚ ਜੋ ਆਨੰਦ ਸੀ ਉਹ ਮਲਕ ਭਾਗੋ ਦੇ ਮਾਲ ਪੂੜਿਆਂ ਦੇ ਵਿੱਚ ਨਹੀਂ ਸੀ, ਕਿਉਂਕਿ ਉਹ ਹਾਕ ਹਲਾਲ ਦੀ ਕਮਾਈ ਦੇ ਬਣੇ ਹੋਏ ਨਹੀਂ ਸੀ। ਉਹ ਤਾਂ ਕਿਰਤੀਆਂ ਕਾਮਿਆਂ ਦਾ ਖੂਨ ਚੂਸ ਕੇ ਬਣਾਏ ਗਏ ਸਨ। ਦੂਜੇ ਬੰਨੇ ਭਾਈ ਲਾਲੋ ਜੀ ਦੀ ਕੋਧਰੇ ਦੀ ਰੋਟੀ ਦੇ ਵਿੱਚ ਸੱਚ ਤੇ ਧਰਮ ਦੀ ਕੀਤੀ ਕਮਾਈ ਦਾ ਦੁੱਧ ਵਰਗਾ ਮਿੱਠਾ ਸਵਾਦ ਸੀ। ਤਾਈਓਂ ਤਾਂ ਸ਼ੇਖ ਬਾਬਾ ਫਰੀਦ ਜੀ ਕਹਿ ਗਏ ਨੇ, ਰੁੱਖੀ ਸੁਖੀ ਖਾਏ ਕੈ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਇਸ ਦੇ ਉਲਟ ਜੋ ਹੇਰਾ ਫੇਰੀ ਕਰਕੇ ਧਨ ਦੌਲਤ ਇਕੱਠੀ ਕਰਦਾ ਹੈ ਉਸ ਨੂੰ ਕੋਈ ਆਤਮਿਕ ਸੁੱਖ ਜਾਂ ਖੁਸ਼ੀ ਪ੍ਰਾਪਤ ਨਹੀਂ ਹੁੰਦੀ। ਉਹ ਸਦਾ ਹਮੇਸ਼ਾ ਹੀ ਉਹ ਚਿੰਤਾ ਦੇ ਵਿੱਚ, ਝੋਰਿਆਂ ਦੇ ਵਿੱਚ ਗਰਸਿਆ ਰਹਿੰਦਾ ਹੈ। ਰਾਗ ਗੌੜੀ ਮਹੱਲਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾ ਰਹੇ ਨੇ, ਵੱਡੇ ਵੱਡੇ ਜੋ ਦੀਸੇ ਲੋਗ, ਤਿੰਨ ਕੋ ਵਿਆਪੈ ਚਿੰਤਾ ਰੋਗ। ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਭਾਵ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ। ਜਿੰਨੇ ਸੋਹਣੇ ਤੇ ਸੱਜੇ ਢੰਗ ਦੇ ਨਾਲ ਭਾਈ ਸਾਹਿਬ ਜੀ ਨੇ ਗੁਰਬਾਣੀ ਜੀ ਦੀ ਵਿਆਖਿਆ ਕੀਤੀ ਹੈ, ਇਸ ਦਾ ਹੋਰ ਕੋਈ ਸਾਨੀ ਨਹੀਂ ਹੋ ਸਕਦਾ। ਆਪ ਜੀ ਦਾ ਕਥਨ ਹੈ ਕਿ ਮਨੁੱਖਾ ਜਨਮ ਸਭ ਜੁਨਾਂ ਤੋਂ ਸਰਵੋਤਮ ਹੈ। ਇਸ ਜਨਮ ਦੇ ਵਿੱਚ ਆ ਕੇ ਜਿੱਥੇ ਪ੍ਰਾਣੀ ਨੇ ਸ਼ੁਭ ਕਰਮ ਕਰਕੇ ਸਾਧ ਸੰਗਤ ਵਿੱਚ ਜਾ ਕੇ ਨਾਮ ਜਪਣਾ ਹੈ, ਉੱਥੇ ਹੱਥੀਂ ਕਿਰਤ ਤੇ ਧਰਮ ਦੀ ਕਮਾਈ ਵੀ ਕਰਨੀ ਹੈ। ਆਪ ਜੀ ਫਰਮਾਉਂਦੇ ਨੇ, 84 ਲੱਖ ਜੋਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ, ਅੱਖੀਂ ਵੇਖਣ ਕਰਨ ਸੁਣਨ, ਮੁਖ ਸ਼ੁਭ ਬੋਲਣ ਬਚਨ ਸਨੇਹੀ, ਹੱਥੀਂ ਕਾਰ ਕਮਾਵਣੀ ਪੈਰੀਂ ਚੱਲ ਸਤ ਸੰਗ ਮਲੇਹੀ, ਕਿਰਤ ਬਿਰਤ ਕਰ ਧਰਮ ਦੀ ਖਟ ਖੁਲਾਵਣ ਕਾਰ ਕਰੇਹੀ। ਗੁਰਸਿੱਖ ਕਦੀ ਵੀ ਦੂਜਿਆਂ ਦਾ ਹੱਕ ਨਹੀਂ ਮਾਰਦਾ, ਕਿਸੇ ਦੇ ਧਨ ਉੱਤੇ ਹੱਥ ਨਹੀਂ ਲਾਉਂਦਾ। ਉਹ ਤਾਂ ਕਿਰਤ ਕਮਾਈ ਦੇ ਵਿੱਚੋਂ ਦੂਜਿਆਂ ਨੂੰ ਦੇ ਕੇ ਖੁਸ਼ ਹੁੰਦਾ ਹੈ। ਕਿਰਤ ਬਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਵੇ, ਪਾਰਸ ਪਰਸ ਅਪਰਸ ਹੋਏ, ਪਰ ਧਨ ਹੱਥ ਨਾ ਲਾਵੇ। ਤੇ ਇਸੇ ਤਰ੍ਹਾਂ ਕਿਰਤ ਬਿਰਤ ਕਰ ਧਰਮ ਦੀ, ਲੈ ਪ੍ਰਸਾਦ ਆਣ ਵਰਤੰਦਾ, ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪ ਖਵੰਦਾ। ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਿਰਤ ਬਾਰੇ ਪਵਿੱਤਰ ਵਚਨਾਂ ਨੂੰ ਰਹਿਤਨਾਮੇ ਦੇ ਵਿੱਚ ਲਿਖਿਆ ਗਿਆ ਹੈ। ਰਹਿਤਨਾਮਾ ਭਾਈ ਦੇਸਾ ਸਿੰਘ ਜੀ ਦਾ, 10 ਨਖ ਕਰ ਜੋ ਕਾਰ ਕਮਾਵੇ, ਤਾਂ ਕਰ ਜੋ ਧਨ ਘਰ ਮੈਂ ਪਾ ਆਵੇ, ਤਹਿ ਤੇ ਗੁਰ ਦਸਵੰਧ ਜੋ ਦੇਈ, ਸਿੱਖ ਸੋ ਜਸ ਬਹੁ ਜਗ ਮਹਿ ਲਈ। ਸਪਸ਼ਟ ਹੈ ਕਿ ਗੁਰਬਾਣੀ ਮਨੁੱਖ ਨੂੰ ਧਰਮ ਤੇ ਦਸਾਂ ਨਹੁੰਆਂ ਦੀ ਕਿਰਤ ਕਮਾਈ ਲਈ ਪ੍ਰੇਰਦੀ ਹੈ ਤੇ ਅਜਿਹੀ ਕੀਤੀ ਹੋਈ ਕਮਾਈ ਜੇਕਰ ਲੋੜਵੰਦਾਂ ਦੇ ਕੰਮ ਆ ਜਾਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ। ਇੱਕ ਸਵੱਛ ਤੇ ਸਾਫ਼ ਸੁਥਰੇ ਸਮਾਜ ਦੀ ਸਥਾਪਨਾ ਕਰਨ ਦੇ ਵਿੱਚ ਕਿਰਤ ਦਾ ਬਹੁਤ ਵੱਡਾ ਸਥਾਨ ਹੈ।
ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਰਾਗ ਆਸਾ ਦੀ ਵਾਰ ਦੇ ਵਿੱਚ ਬਚਨ ਕੀਤੇ ਨੇ, ਜਿਹੜੇ ਕਿ ਸਬਰ ਸੰਤੋਖ ਵਾਲੇ ਪ੍ਰਾਣੀ ਇੱਕ ਪ੍ਰਭੂ ਦਾ ਸਿਮਰਨ ਕਰਦੇ ਨੇ, ਉਹੀ ਪ੍ਰਭੂ ਦੀ ਸੇਵਾ ਕਰਦੇ ਨੇ। ਉਹ ਕਦੀ ਮੰਦਾ ਜਾਂ ਬੁਰਾ ਕੰਮ ਨਹੀਂ ਕਰਦੇ, ਸਦਾ ਕਿਰਤ ਕਮਾਈ ਕਰਕੇ ਧਰਮ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਨੇ। ਸਤਿਗੁਰੂ ਜੀ ਫਰਮਾਉਂਦੇ ਨੇ, ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ, ਉਨੀ ਮੰਦੇ ਪੈਰ ਨਾ ਰੱਖਿਓ, ਕਰ ਸੋ ਕਿਰਤ ਧਰਮ ਕਮਾਇਆ। ਕਿਰਤ ਕਮਾਈ ਕਰਨ ਦੀ ਥਾਂ ਜੋ ਪਰਾਇਆ ਹੱਕ ਮਾਰਦੇ ਨੇ, ਉਹਨਾਂ ਨੂੰ ਗੁਰੂ ਜੀ ਨੇ ਮੁਸਲਮਾਨਾਂ ਲਈ ਸੂਰ ਤੇ ਹਿੰਦੂ ਲਈ ਗਾਂ ਦੀ ਹੱਤਿਆ ਦੇ ਤੁੱਲ ਰੱਖਿਆ ਹੈ। ਅਜਿਹੇ ਪ੍ਰਾਣੀਆਂ ਦੀ ਅੰਤ ਵੇਲੇ ਕੋਈ ਗੁਰੂ ਪੀਰ ਵੀ ਮਦਦ ਨਹੀਂ ਕਰਦਾ। ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਰਾਗ ਮਾਝ ਕੀ ਵਾਰ ਦੇ ਵਿੱਚ ਫਰਮਾਉਂਦੇ ਨੇ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਮ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਜਦੋਂ ਅਸੀਂ ਕਿਰਤ ਕਮਾਈ ਦੇ ਵਿੱਚ ਵਾਧੇ ਲਈ ਅਰਦਾਸ ਕਰਦੇ ਹਾਂ ਤਾਂ ਇਸ ਤੋਂ ਇਹ ਭਾਵ ਹੈ ਕਿ ਪ੍ਰਾਣੀ ਸਦਾ ਧਰਮ ਦੀ ਕਮਾਈ ਕਰੇ, ਕਿਸੇ ਦੇ ਧਨ ਦੌਲਤ ਤੇ ਹੱਕ ਨਾ ਜਮਾਏ ਤੇ ਕਿਸੇ ਦਾ ਹੱਕ ਨਾ ਮਾਰੇ। ਜਦੋਂ ਅਸੀਂ ਗੁਰਬਾਣੀ ਦੇ ਇਸ ਸਿਧਾਂਤ ਨੂੰ ਮੰਨਣ ਲੱਗ ਪਵਾਂਗੇ ਤਾਂ ਨਿਸ਼ਚੈ ਹੀ ਸਾਡੀਆਂ ਬਹੁਤ ਸਾਰੀਆਂ ਸਮਾਜਿਕ ਬਿਮਾਰੀਆਂ ਦਾ ਅੰਤ ਹੋ ਜਾਵੇਗਾ। ਸੋ ਇਹ ਸੀ ਕੁਝ ਸ਼ਬਦ, ਤੇ ਜਿਹੜੀ ਘੜੀ ਹੈ ਸਾਨੂੰ ਕਹਿ ਰਹੀ ਹੈ ਕਿ ਹੁਣ ਜਾਣ ਦਾ ਵਕਤ ਹੈ, ਤੇ ਅਸੀਂ ਇੱਥੇ ਹੀ ਆਪ ਤੋਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਦੀ ਜਾਚਨਾ ਕਰਦੇ ਹੋਏ ਵਿਦਾਇਗੀ ਮੰਗਦੇ ਹਾਂ, ਤੇ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ ਸਾਨੂੰ। ਤੇ ਵਾਹਿਗੁਰੂ ਨੇ ਚਾਹਿਆ ਤੇ ਅਗਲੇ ਐਤਵਾਰ ਫਿਰ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਵਾਂਗਾ। ਇਸ ਅਗਲੇ ਸ਼ਬਦ ਦੇ ਦੂਸਰੇ ਪਾਰ ਅਸੀਂ ਆਪ ਜੀ ਨੂੰ ਲੈ ਚੱਲਾਂਗੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣਾ ਖਿਆਲ ਰੱਖਣਾ।
स